श्री वाहिगुरु जी। श्री नानक अंगद गुरु अमरदास पद अंद रामदास अर्जन गुरु बासुरी हर गोबिंद हरि राय हर कृष्ण गुर तेग बहादुर चंद दसवें गोबिंद सिंह गुरु नमो चरणे अरविंद जिसमें अमृत ज्ञान है मानक भगत वैराग गुरु ग्रंथ साहिब उदद बंदों कर अनुराग कहो बुद्ध प्रभ तुझ हमारी वर्ण सकै महिमा जो तिहारी हम ना सकत कर सिफत तुम्हारी आप लिहो तुम कथा सुधा हम ना सकत कर सिफत तुम्हारी आप लिहो तुम कथा सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਇਹ ਸਭ ਮਾਇਆ ਕੇਰ ਵਿਕਾਰ, ਜੋ ਭਾਸਤ ਹੈ ਨਾਨਾ ਕਾਰ। ਨਹੀਂ ਵਾਸਤਵ ਜਾਣਿਓ ਜਾਏ, ਇਹ ਮਾਇਆ ਕੋ ਰੂਪ ਕਹਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਅਤਿਅੰਤ ਵਡਭਾਗੇ ਹੋ ਜੋ ਕਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਸ਼ਾਮ ਦੇ ਦੀਵਾਨ ਦੀ ਹਾਜ਼ਰੀ ਪਾ ਰਹੇ ਹੋ। ਸੰਧਿਆ ਸਮੇਂ ਸੁਨੇ ਰਹਿਰਾਸ, ਕੀਰਤਨ ਕਥਾ ਸੁਨੇ ਹਰ ਜਾਸ। इनमें नेम जो एक कराए, सिख अमरापुरी को जाए। ਰਹਿਤਨਾਮਿਆਂ ਵਿੱਚ ਸਤਿਗੁਰੂ ਜੀ ਸਿੱਖਿਆ ਦਿੰਦੇ ਖਾਲਸੇ ਨੂੰ ਸੰਧਿਆ ਦੇ ਸਮੇਂ ਰਹਿਰਾਸ ਸਾਹਿਬ ਦਾ ਪਾਠ ਸੁਣਨਾ, ਕੀਰਤਨ ਸੁਣਨਾ ਤੇ ਕਥਾ ਸੁਣਨੀ। ਜਿਹੜਾ ਸਿੱਖ ਨੇਮ ਨਾਲ ਕਥਾ ਕੀਰਤਨ ਗੁਰਬਾਣੀ ਦੀ ਸੁਣਦਾ ਹੈ, ਸੱਚਖੰਡ ਦਾ ਵਾਸੀ ਬਣਦਾ ਹੈ। ਆਪ ਜੀ ਗੁਰੂ ਚਰਨਾਂ 'ਚ ਬੈਠ ਕਰਕੇ ਗੁਰਦੁਆਰਾ ਸ੍ਰੀ ਸੰਤੋਖਸਰ ਸਾਹਿਬ, ਜੋ ਪੰਜਵੇਂ ਪਾਤਸ਼ਾਹ ਸਰੋਵਰ ਦੀ ਸੇਵਾ ਕਰਾ ਰਹੇ ਨੇ ਟਾਹਲੀ ਸਾਹਿਬ, ਉਹ ਸਰੋਵਰ ਦੀ ਖੁਦਾਈ ਦੇ ਸਮੇਂ ਜੋ ਮੱਠ ਵਿੱਚੋਂ ਪੁਰਾਤਨ ਸਮੇਂ ਦਾ ਬੈਠਿਆ ਜੋਗੀ ਲੱਭਿਆ ਹੈ, ਉਸ ਦੇ 10ਵੇਂ ਦੁਆਰ ਚੜੇ ਹੋਏ ਸਵਾਸ ਉਤਾਰ ਕਰਕੇ ਉਹਦੇ ਨਾਲ ਗੱਲਬਾਤ ਹੋਈ ਹੈ। ਉਸਨੇ ਜੋ ਪੁੱਛਿਆ ਹੈ, ਮਹਾਰਾਜ ਇਹ ਜਗਤ ਕੀ ਹੈ, ਸੰਸਾਰ ਕੀ ਹੈ, ਜੇ ਇਹ ਝੂਠਾ ਹੈ ਤਾਂ ਦਿਸਦਾ ਕਿਉਂ ਹੈ, ਜੇ ਇਹ ਸੱਚਾ ਹੈ ਤਾਂ ਖਤਮ ਕਿਉਂ ਹੋ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਉਸ ਜੋਗੀ ਨੂੰ ਉਪਦੇਸ਼ ਦੇ ਰਹੇ ਨੇ ਵੀ ਇਹ ਨਾ ਝੂਠਾ ਹੈ ਨਾ ਸੱਚਾ ਹੈ, ਇਹ ਤਾਂ ਉਸ ਬਾਜੀਗਰ ਦੀ ਖੇਡ ਹੈ, ਤਮਾਸ਼ਾ ਹੈ, ਜਾਦੂਗਰੀ ਹੈ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। सांग उदार थम्यो पसारा, तब एक अंकारा। कवन रूप दृष्टियो बिनसायो, कतह गयो कत ते आयो। ਪਾਣੀ ਚੋਂ ਬਹੁਤ ਸਾਰੀਆਂ ਤਰੰਗਾਂ ਉੱਠੀਆਂ ਨੇ, ਪਾਣੀ ਦੇ ਵਿੱਚ ਹੀ ਲੀਨ ਹੋ ਗਈਆਂ ਨੇ। ਪਾਣੀ ਦੀਆਂ ਉਹ ਤਰੰਗਾਂ ਜਦੋਂ ਤਰੰਗਾਂ ਬਣੀਆਂ ਨਹੀਂ ਸੀ ਉਦੋਂ ਵੀ ਪਾਣੀ ਸੀ, ਜਦੋਂ ਤਰੰਗਾਂ ਬਣ ਗਈਆਂ ਉਦੋਂ ਵੀ ਪਾਣੀ ਹੈ, ਤੇ ਜਦੋਂ ਉਹ ਤਰੰਗਾਂ ਫਿਰ ਸ਼ਾਂਤ ਹੋ ਗਈਆਂ ਉਦੋਂ ਫਿਰ ਪਾਣੀ ਹੈ। ਇਸੇ ਤਰ੍ਹਾਂ ਸੰਸਾਰ ਬਣਨ ਤੋਂ ਪਹਿਲਾਂ ਵੀ ਬ੍ਰਹਮ ਸੀ, ਸੰਸਾਰ ਬਣ ਗਿਆ ਤਾਂ ਵੀ ਬ੍ਰਹਮ ਹੈ, ਤੇ ਸੰਸਾਰ ਮਿਟ ਜਾਏਗਾ ਤਾਂ ਵੀ ਬ੍ਰਹਮ ਹੀ ਹੈ। ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਸਿਮਰੰਤ ਸੰਤ ਸਰਬੱਤਰ ਰਮਣ, ਨਾਨਕ ਅਗ ਨਾਸਨ ਜਗਦੀਸ਼ਰ ਹੈ। ਅਗਿਆਨੀ ਪੁਰਸ਼ਾਂ ਨੂੰ ਅਗਿਆਨ ਕਰਕੇ ਜਗਤ ਸੱਚ ਭਾਸਦਾ ਹੈ।
ਗਿਆਨੀ ਪੁਰਸ਼ਾਂ ਨੂੰ ਮਿਥਿਆ ਭਾਸਦਾ ਹੈ। ਮਹਾਰਾਜ ਇਹ ਉਪਦੇਸ਼ ਬਹੁਤ ਦਲੀਲਾਂ ਨਾਲ ਸਮਝਾ ਰਹੇ ਨੇ ਜੋਗੀ ਨੂੰ। ਆਓ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਸੁਰਤੀ ਜੋੜੀਏ, ਸੱਚੇ ਪਾਤਸ਼ਾਹ ਦੀ ਰਸਨਾ ਤੋਂ ਨਿਕਲੇ ਹੋਏ ਪਾਵਨ ਬੋਲਾਂ ਨੂੰ ਸੁਣੀਏ, ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਹ ਸਭ ਮਾਇਆ ਕੇਰ ਵਿਕਾਰ। ਮਹਾਰਾਜ ਕਹਿੰਦੇ ਹੈ ਜੋਗੀ ਜੀ, ਇਹ ਜਿਤਨਾ ਜਗਤ ਪ੍ਰਤੀਤ ਹੋ ਰਿਹਾ ਹੈ ਸਤ ਚੇਤਨ ਆਨੰਦ ਸਰੂਪ ਤੋਂ ਹੈ, ਪਰ ਜਗਤ ਦੇ ਜੀਵਾਂ ਨੂੰ ਪਦਾਰਥਾਂ ਵਿੱਚੋਂ ਵਿਸ਼ਿਆਂ ਵਿੱਚੋਂ ਆਨੰਦ ਲੱਭਦਾ ਹੈ। ਹਾਲਾਂਕਿ ਆਨੰਦ ਆਤਮਾ ਵਿੱਚ ਹੈ, ਭਾਸਦਾ ਪਦਾਰਥਾਂ ਵਿੱਚ ਹੈ, ਉਲਟਾ ਹੋ ਕੇ ਜਾਪਦਾ ਹੈ। ਜਿਵੇਂ ਗਰਦਨ ਤਾਂ ਸਾਡੀ ਇੱਥੇ ਸਾਡੇ ਸਿਰ ਦੇ ਵਿੱਚ ਲੱਗੀ ਹੋਈ ਹੈ, ਸਿਰ ਤੇ ਧੌਣ ਦੇ ਨਾਲ, ਪਰ ਸਾਡਾ ਮੂੰਹ ਸ਼ੀਸ਼ੇ 'ਚ ਦਿਸਦਾ ਹੈ ਪਰਲੇ ਪਾਸੇ। ਸ਼ੀਸ਼ੇ ਵਿੱਚ ਤਾਂ ਨਹੀਂ ਹੈ ਨਾ, ਉਹ ਤਾਂ ਕੱਚ ਦਾ ਬਣਿਆ ਹੋਇਆ, ਉਹਦੇ ਵਿੱਚ ਤਾਂ ਸਿਰ ਹੈ ਨਹੀਂ। ਸਿਰ ਤਾਂ ਸਾਡਾ ਸਾਡੇ ਧੜ ਦੇ ਉੱਤੇ ਹੈ, ਪਰ ਦਿਸਦਾ ਸ਼ੀਸ਼ੇ ਵਿੱਚ ਹੈ। ਪ੍ਰਤੀਤ ਉਸ ਪਾਸੇ ਹੁੰਦਾ ਹੈ, ਇਸ ਪਾਸੇ। ਇਸ ਤਰ੍ਹਾਂ ਆਨੰਦ ਜਿਹੜਾ ਹੈ ਤਾਂ ਆਪਣੀ ਆਤਮਾ ਵਿੱਚ ਜਾਪਦਾ, ਮੈਨੂੰ ਕੜਾਹ ਖਾ ਕੇ ਆਇਆ, ਮੈਨੂੰ ਖੀਰ ਖਾ ਕੇ ਆਇਆ, ਮੈਨੂੰ ਪ੍ਰਸ਼ਾਦਾ ਛਕ ਕੇ ਆਇਆ, ਮੈਨੂੰ ਸ਼ਰਾਬ ਪੀ ਕੇ ਆਨੰਦ ਆਇਆ, ਪਰ ਉਹਦੇ 'ਚ ਕੋਈ ਆਨੰਦ ਨਹੀਂ ਹੈ। ਆਨੰਦ ਤਾਂ ਆਪਣੀ ਆਤਮਾ ਦਾ ਹੈ, ਤਾਂ ਉਸ ਨੂੰ ਪ੍ਰਤੀਤ ਨਹੀਂ ਕਰ ਸਕਦਾ, ਜਾਣ ਨਹੀਂ ਸਕਦਾ। ਹਾਂਜੀ, ਜੋ ਭਾਸਤ ਹੈ ਨਾਨਾਕਾਰ। ਜੋ ਨਾਨਾ ਪ੍ਰਕਾਰ ਦੇ ਵੱਡੇ ਛੋਟੇ ਜੀਵ ਭਾਸ ਰਹੇ ਨੇ, ਇਹ ਵੀ ਸਾਡੇ ਅੰਦਰ ਨੇ, ਬਾਹਰ ਨਹੀਂ ਹਨ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਭਾਵੈ, ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਖਾਵੈ। ਇਹ ਗੱਲ ਗੁਰੂ ਦੀ ਕਿਰਪਾ ਨਾਲ ਸਮਝ ਆਉਂਦੀ ਹੈ, ਕਿਤਾਬਾਂ ਪੜ੍ਹ ਕੇ ਨਹੀਂ ਆਉਂਦੀ, ਇਹ ਕਿਸੇ ਥਿਊਰੀ ਨਾਲ ਨਹੀਂ ਆਉਂਦੀ, ਇਹ ਤਾਂ ਗੁਰੂ ਕਿਰਪਾ ਨਾਲ ਸਮਝ ਵਿੱਚ ਆਉਂਦੀ ਹੈ ਵੀ ਜੋ ਨਾਨਾ ਪ੍ਰਕਾਰ ਦੀ ਰਚਨਾ, ਅਨੇਕ ਪ੍ਰਕਾਰ ਦੀ ਰਚਨਾ, ਵੱਖ-ਵੱਖ ਕਿਸਮ ਦੀ ਰਚਨਾ ਬਾਹਰ ਦਿਸਦੀ ਹੈ, ਉਹ ਸਾਡੇ ਅੰਦਰ ਹੈ। ਹਾਂਜੀ, ਨਹੀਂ ਵਾਸਤਵ ਜਾਣਿਓ ਜਾਏ। ਜਿਹੜਾ ਵਾਸਤਵ ਸਰੂਪ ਹੈ ਉਹਦਾ ਪਤਾ ਨਹੀਂ ਲੱਗਦਾ, ਤੇ ਲੋਕ ਬਹੁਤ ਤਰ੍ਹਾਂ ਦੀ ਕਲਪਨਾ ਕਰੀ ਬੈਠੇ ਹਨ। ਇਹ ਭੁਲੇਖਾ ਪਿਆ ਹੋਇਆ ਵੀ ਰੱਸੀ ਨਹੀਂ ਸੱਪ ਹੈ, ਸੱਪ ਤੋਂ ਡਰੀ ਜਾਂਦੇ ਆ, ਹਾਲਾਂਕਿ ਰੱਸੀ ਹੈ, ਪਰ ਰੱਸੀ ਕਰਕੇ ਸੱਪ ਪ੍ਰਤੀਤ ਹੁੰਦਾ ਹੈ। ਹਾਂਜੀ, ਇਹ ਮਾਇਆ ਕੋ ਰੂਪ ਕਹਾਏ। ਇਹੀ ਮਾਇਆ ਹੈ, ਹੋਰ ਕੀ ਹੈ। ਜੋ ਵਾਸਤਵ ਵਿੱਚ ਗਿਆਨ ਨਾ ਹੋਣ ਦੇਣਾ, ਅਸਲੀ ਚੀਜ਼ ਦਾ ਪਤਾ ਨਾ ਲੱਗਣ ਦੇਣਾ, ਇਹਨੂੰ ਹੀ ਮਾਇਆ ਕਹਿੰਦੇ ਨੇ। ਸਤਿਗੁਰੂ ਮਹਾਰਾਜ ਦਾ ਬਚਨ ਹੈ, ਮਾਇਆ ਕਿਸ ਨੂੰ ਆਖੀਐ, ਕਿਆ ਮਾਇਆ ਕਰਮ ਕਮਾਏ। ਮਾਇਆ ਕਿਸ ਨੂੰ ਕਹਿੰਦੇ ਨੇ, ਮਾਇਆ ਕਹਿੰਦੀ ਕੀ, ਕਰਦੀ ਕੀ ਹੈ। ਮਹਾਰਾਜ ਕਹਿੰਦੇ ਮਾਇਆ ਇਸ ਜੀਵ ਆਤਮਾ ਨੂੰ ਦੁੱਖ ਸੁੱਖ ਦੇ ਚੱਕਰ 'ਚ ਪਾ ਦਿੰਦੀ ਹੈ। ਦੁੱਖ ਸੁੱਖ ਇਹ ਜੀਉ ਬੱਧ ਹੈ, ਵਿੱਚ ਹਉਮੈ ਕਰਮ ਕਮਾਏ। ਮੈਂ ਤੂੰ ਆਪਣਾ ਬਗਾਨਾ, ਵਧੀਆ ਘਟੀਆ, ਚੰਗਾ ਮਾੜਾ, ਜੰਮਣਾ ਮਰਨਾ, ਹਰਖ ਸੋਗ, ਖੁਸ਼ੀ ਗਮੀ, ਲੈਣਾ ਦੇਣਾ, ਦਿਨ ਰਾਤ, ਗੋਰਾ ਕਾਲਾ, ਇਹ ਜਿੰਨੇ ਭੇਦ ਪਏ ਹੋਏ ਨੇ ਮਾਇਆ ਕਰਕੇ ਪਏ ਹੋਏ ਨੇ। ਇਹੀ ਸਾਰਾ ਸੰਸਾਰ ਮਾਇਆ ਰੂਪ ਦਿਸਦਾ ਹੈ। ਹਾਂਜੀ, ਮੈਂ ਨਹਿ ਜਾਣੋ ਕਰਨ ਬਖਾਨ। ਅਗਿਆਨ ਕੀ ਹੈ, ਮਾਇਆ ਤੇ ਅਗਿਆਨ ਇੱਕੋ ਹੀ ਰੂਪ ਸਮਝੋ। ਜਦੋਂ ਕਹਿੰਦਾ ਮੈਂ ਨਹੀਂ ਜਾਣਦਾ, ਇਹ ਸਾਡਾ ਮੂੰਹ ਦਾ ਸਭ ਤੋਂ ਵੱਡਾ ਇੱਕ ਡਾਇਲੋਗ ਹੈ ਜਿਹੜਾ ਸਾਡੇ ਮੂੰਹ ਤੋਂ ਨਿਕਲਦਾ। ਮੈਂ ਨਹੀਂ ਜਾਣਦਾ, ਮੈਨੂੰ ਨਹੀਂ ਪਤਾ, ਮੈਂ ਨਹੀਂ ਜਾਣਦਾ, ਸਾਰੇ ਬੋਲਦੇ ਆ। ਕਹਿੰਦੇ ਜਿਹੜਾ ਇਹ ਕਹਿਣਾ ਵੀ ਮੈਂ ਨਹੀਂ ਜਾਣਦਾ, ਇਹੀ ਤਾਂ ਅਗਿਆਨ ਹੈ। ਇਸੇ ਨੂੰ ਅਗਿਆਨ ਦਾ ਸਰੂਪ ਕੀ ਹੈ ਵੀ ਮੈਂ ਨਹੀਂ ਜਾਣਦਾ। ਹਾਂਜੀ, ਇਸੈ ਨਾਮ ਮਾਇਆ ਅਗਿਆਨ। ਇਸੇ ਮਾਇਆ ਨੂੰ ਅਗਿਆਨ ਕਹਿੰਦੇ ਹਨ ਵੀ ਮੈਂ ਜਾਣਦਾ ਨਹੀਂ, ਪਤਾ ਨਹੀਂ ਮੈਨੂੰ। ਸਾਰੇ ਸੰਸਾਰ ਵਿੱਚ ਇਸੇ ਤਰ੍ਹਾਂ ਅਗਿਆਨ ਵਰਤ ਰਿਹਾ ਹੈ। ਹਾਂਜੀ, ਉਬੈ ਸ਼ਕਤ ਕੇ ਧਾਰਨ ਹਾਰੀ। ਮਾਇਆ ਦੋ ਸ਼ਕਤੀਆਂ ਰੱਖਦੀ ਹੈ। ਮਾਇਆ ਕੀ ਦੋ ਸ਼ਕਤ ਹੈ, ਆਵਰਣ ਵਿਕਸ਼ੇਪ। ਵਿਕਸ਼ੇਪ ਤੇ ਆਵਰਣ ਕਰਨਾ, ਇਹ ਮਾਇਆ ਦੀਆਂ ਦੋ ਸ਼ਕਤੀਆਂ ਨੇ। ਮਾਇਆ ਕੀ ਦੋ ਸ਼ਕਤ ਹੈ, ਵਿਕਸ਼ੇਪਕ ਆਵਰਣ, ਵਿਕਸ਼ੇਪ ਕਰ ਦੇਣਾ ਤੇ ਆਵਰਣ ਕਰ ਦੇਣਾ। ਇਹ ਦੋ ਸ਼ਕਤੀਆਂ ਮਾਇਆ ਦੀਆਂ ਮੁੱਖ ਹਨ। ਇਹ ਮਾਇਆ ਦੀ ਤਾਕਤਾਂ ਹਨ, ਮਾਇਆ ਦੀ ਪਾਵਰ ਹੈ।
ਬਿਨਾਂ ਪਾਵਰ ਦੇ ਤਾਂ ਕੋਈ ਚੀਜ਼ ਹੁੰਦੀ ਨਹੀਂ ਨਾ। ਜੇ ਆਪਾਂ ਕੋਈ ਕਹੀਏ ਵੀ ਚੀਜ਼ ਹੈ ਹੀ ਹੈ ਪਰ ਉਹਦੀ ਤਾਕਤ ਕੋਈ ਨਹੀਂ, ਤਾਂ ਫਿਰ ਸਮਝੋ ਚੀਜ਼ ਕੋਈ ਨਹੀਂ। ਜਿਹਦੀ ਹੋਂਦ ਹੈ ਉਹਦੀ ਕੋਈ ਨਾ ਕੋਈ ਪਾਵਰ ਹੈ, ਕੋਈ ਨਾ ਕੋਈ ਸ਼ਕਤੀ ਹੈ, ਕੋਈ ਨਾ ਕੋਈ ਉਹਦੀ ਤਾਕਤ ਹੈ। ਮਾਇਆ ਦੀ ਵੀ ਤਾਕਤਾਂ ਹਨ, ਦੋ ਤਾਕਤਾਂ ਹਨ ਮਾਇਆ ਦੀਆਂ। ਇੱਕ ਤਾਂ ਇਹ ਆਵਰਣ ਕਰਦੀ ਹੈ, ਆਵਰਣ ਮੈਨੇ ਪਰਦਾ ਪਾਉਂਦੀ ਹੈ, ਢੱਕ ਦਿੰਦੀ ਹੈ। ਦੂਸਰਾ ਹਲਚਲ ਕਰਦੀ ਹੈ, ਵਿਕਸ਼ੇਪ ਕਰਦੀ ਹੈ। ਅੱਗੇ ਖੋਲਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਹਨ। ਹਾਂਜੀ, ਇੱਕ ਆਵਰਨ ਵਿਖੇਪ ਉਚਾਰੀ। ਇੱਕ ਆਵਰਣ ਹੈ, ਇੱਕ ਵਿਕਸ਼ੇਪ ਹੈ। ਇਹ ਦੋ ਸ਼ਕਤੀਆਂ ਹਨ ਮਾਇਆ ਦੀਆਂ। ਹਾਂਜੀ, ਕਰਹਿ ਸਰੂਪ ਅਛਾਦਨ ਜੋਏ। ਜੋ ਸਰੂਪ ਨੂੰ ਢੱਕਦੀ ਹੈ ਉਹ ਆਵਰਣ ਹੈ। ਆਤਮਾ ਨੂੰ ਢੱਕ ਦੇਣਾ, ਪਤਾ ਹੀ ਨਹੀਂ ਲੱਗਣਾ। ਸਾਰੀ ਉਮਰ ਆਤਮਾ ਦਾ ਬੰਦੇ ਨੂੰ ਚੇਤਾ ਹੀ ਨਹੀਂ ਆਉਣ ਦਿੰਦੀ। ਮੈਂ ਸਰੀਰ ਹਾਂ, ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਮੈਂ ਸਿੱਖ ਹਾਂ, ਮੈਂ ਈਸਾਈ ਹਾਂ, ਮੈਂ ਜੱਟ ਹਾਂ, ਮੈਂ ਬਾਹਮਣ ਹਾਂ, ਮੈਂ ਬਾਣੀਆ ਹਾਂ, ਮੈਂ ਸੁਖੀ ਹਾਂ, ਮੈਂ ਦੁਖੀ ਹਾਂ, ਮੈਂ ਗੋਰਾ ਹਾਂ, ਮੈਂ ਕਾਲਾ ਹਾਂ, ਮੈਂ ਮੋਟਾ ਹਾਂ, ਮੈਂ ਪਤਲਾ ਹਾਂ, ਮੈਂ ਜਵਾਨ ਹਾਂ, ਮੈਂ ਬੁੱਢਾ ਹਾਂ। ਇਹ ਤਾਂ ਸਭ ਨੂੰ ਪਤਾ ਹੈ, ਪਰ ਮੈਂ ਕੇਵਲ ਬ੍ਰਹਮ ਹਾਂ, ਆਤਮਾ ਹਾਂ, ਇਹ ਨਹੀਂ ਪਤਾ। ਇਹ ਪਤਾ ਨਹੀਂ ਲੱਗਣ ਦੇਣਾ, ਇਹ ਮਾਇਆ ਦਾ ਕੰਮ ਹੈ। ਇਸ ਚੀਜ਼ ਆਤਮ ਗਿਆਨ ਨਹੀਂ ਹੋਣ ਦਿੰਦੀ ਤੇ ਆਤਮਾ ਦਾ ਪਤਾ ਨਹੀਂ ਲੱਗਣ ਦਿੰਦੀ, ਆਤਮਾ ਤੇ ਪਰਦਾ ਪਾ ਦਿੰਦੀ, ਆਤਮਾ ਨੂੰ ਢੱਕ ਦਿੰਦੀ ਹੈ। ਇਹੀ ਤਾਂ ਮਾਇਆ ਦਾ ਆਵਰਣ ਸ਼ਕਤੀ ਹੈ। ਮਾਇਆ ਦੀ ਢੱਕ ਦੇਣ ਦੀ ਸ਼ਕਤੀ ਹੈ, ਪਰਦਾ ਪਾ ਦੇਣ ਦੀ ਸ਼ਕਤੀ ਹੈ। ਹਾਂਜੀ, ਗਿਆਨੀ ਭਨਹਿ ਆਵਰਨ ਸੋਏ। ਗਿਆਨੀ ਪੁਰਸ਼ ਉਸ ਨੂੰ ਪਰਦਾ ਕਹਿੰਦੇ, ਅਗਿਆਨ ਦਾ ਆਵਰਣ ਕਹਿੰਦੇ ਆ। ਕਹਿੰਦੇ ਵੀ ਅਗਿਆਨ ਦਾ ਪਰਦਾ ਪਿਆ ਹੋਇਆ, ਇਸ ਕਰਕੇ ਇਹਨਾਂ ਸੰਸਾਰੀ ਜੀਵਾਂ ਨੂੰ ਆਪਣੇ ਸਰੂਪ ਦਾ ਬੋਧ ਨਹੀਂ ਹੋ ਰਿਹਾ, ਆਪਣੇ ਆਪ ਦਾ ਪਤਾ ਨਹੀਂ ਲੱਗ ਰਿਹਾ। ਮਹਾਰਾਜ ਦੱਸਦੇ ਨੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਪਰ ਉੱਥੇ ਨਹੀਂ ਪਹੁੰਚਣ ਦਿੰਦੀ ਮਾਇਆ, ਆਵਰਣ ਸ਼ਕਤੀ। ਉੱਥੇ ਉਹ ਬਾਰ-ਬਾਰ ਸਰੀਰ ਦਾ ਹੀ ਖਿਆਲ ਆਉਂਦਾ ਹੈ, ਬਾਰ-ਬਾਰ ਸਰੀਰ ਦਾ ਹੀ ਚਿੰਤਨ ਆਉਂਦਾ ਹੈ। ਸਰੀਰ ਹੀ ਆਪਣੇ ਆਪ ਨੂੰ ਸਮਝਦਾ ਹੈ, ਜਾਂ ਫਿਰ ਸੁਖੀ ਦੁਖੀ ਸਮਝਦਾ ਹੈ। ਜਿੰਨੇ ਇੰਦਰੀਆਂ ਦੇ ਧਰਮ ਹਨ, ਜਾਂ ਮਨ ਦੇ ਧਰਮ ਹਨ, ਜਾਂ ਬੁੱਧੀ ਦੇ ਧਰਮ ਹਨ, ਉਹ ਆਪਣਾ ਸਰੂਪ ਸਮਝੀ ਬੈਠਾ ਹੈ। ਹਾਲਾਂਕਿ ਇੰਦਰੀਆਂ ਤੋਂ ਬਿਨਾਂ ਵੀ ਆਤਮਾ ਹੈ। ਅੰਨੇ ਅੰਦਰ ਵੀ ਤਾਂ ਆਤਮਾ ਹੁੰਦੀ ਹੈ, ਅੱਖਾਂ ਕੋਈ ਨਹੀਂ। ਪਰ ਸੁਜਾਖਾ ਬੰਦਾ ਇਹ ਕਹਿੰਦਾ, ਮੈਂ ਦੇਖਦਾ ਹਾਂ, ਮੈਂ ਸੁਣਦਾ ਹਾਂ, ਮੈਂ ਬੋਲਣ ਵਾਲਾ ਹਾਂ, ਮੈਂ ਸੁਣਨ ਵਾਲਾ ਹਾਂ। ਉਹਨੂੰ ਇਹ ਨਹੀਂ ਪਤਾ ਵੀ ਦੇਖਣਾ ਤਾਂ ਅੱਖਾਂ ਦਾ ਕੰਮ ਹੈ, ਸੁਣਨਾ ਕੰਨਾਂ ਦਾ ਕੰਮ ਹੈ, ਤੁਰਨਾ ਪੈਰਾਂ ਦਾ ਕੰਮ ਹੈ, ਪਕੜਨਾ ਹੱਥਾਂ ਦਾ ਕੰਮ ਹੈ। ਆਤਮਾ ਦਾ ਸਾਖਸ਼ੀ ਰੂਪ ਹੋ ਕੇ ਨਿਆਰੀ ਅਸੰਗ ਹੈ, ਸ਼ੁੱਧ, ਉਹਦਾ ਗਿਆਨ ਹੀ ਨਹੀਂ। ਆਪਣੇ ਆਪ ਨੂੰ ਦੇਖਣ, ਸੁਣਨ, ਸੁੰਘਣ ਵਾਲਾ, ਬੋਲਣ ਵਾਲਾ, ਤੁਰਨ ਫਿਰਨ ਵਾਲਾ ਸਮਝੀ ਬੈਠੇ ਹਨ। ਜਾਂ ਮੈਂ ਸੰਕਲਪ ਕਰਦਾ ਹਾਂ, ਹੈ ਤਾਂ ਇਹ ਮਨ ਦਾ ਧਰਮ, ਪਰ ਮੈਂ ਵਿੱਚ ਆਰੋਪਿਤ ਕੀਤਾ ਹੋਇਆ। ਮੈਂ ਨਿਸ਼ਚੈ ਕਰਦਾ ਹਾਂ, ਨਿਰਣੈ ਕਰਦਾ ਹਾਂ, ਮੈਂ ਗਿਆਨੀ ਹਾਂ, ਮੈਂ ਜਾਣਕਾਰ ਹਾਂ, ਇਹ ਵੀ ਬੁੱਧੀ ਦਾ ਧਰਮ ਹੈ। ਜਾਣਦੀ ਤਾਂ ਬੁੱਧੀ ਹੈ, ਮੈਂ ਤਾਂ ਨਹੀਂ ਜਾਣਦਾ, ਮੈਂ ਤਾਂ ਇਸ ਤੋਂ ਪਰੇ ਹਾਂ। ਪਰ ਮੈਂ ਆਪਣੇ ਆਪ ਨੂੰ ਬੁੱਧੀ ਜਾਂ ਮਨ ਜਾਂ ਇੰਦਰੀਆਂ ਸਮਝੀ ਬੈਠਾ ਹਾਂ। ਮਹਾਰਾਜ ਕਹਿੰਦੇ ਇਸੇ ਨੂੰ ਆਵਰਣ ਕਹਿੰਦੇ, ਇਹੀ ਪੜਦਾ ਪਿਆ ਹੋਇਆ ਜੀਵ ਦੇ ਉੱਤੇ। ਹਾਂਜੀ, ਜਿਹ ਨਾਨਤਵ ਪ੍ਰਤੀਤ ਕਰਾਈ। ਇਹ ਨਾਨਾ ਪ੍ਰਕਾਰ ਦਿਸਦਾ ਹੈ ਜਗਤ। ਕੀ ਕਹਿੰਦੇ ਆ ਵੀ ਇਹ ਆਪਣਾ ਹੈ, ਇਹ ਬਗਾਨਾ ਹੈ, ਇਹ ਵਧੀਆ ਹੈ, ਇਹ ਘਟੀਆ ਹੈ। ਹਾਂਜੀ, ਸੋ ਵਿਖੇਪ ਜਹ ਕਹਿ ਦ੍ਰਿਸ਼ਟ ਆਈ। ਇਹਨੂੰ ਕਹਿੰਦੇ ਵਿਕਸ਼ੇਪ, ਹਲਚਲ ਕਰ ਦੇਣੀ। ਹਲਚਲ ਹੋ ਰਹੀ ਹਰ ਵੇਲੇ ਵੀ ਇਹ ਠੀਕ ਹੈ, ਇਹ ਗਲਤ ਹੈ। ਇਹ ਸੱਪ ਆ ਗਿਆ ਸਾਹਮਣੇ, ਡਰ ਗਏ, ਹਾਂ ਸੱਪ ਆ ਗਿਆ। ਸ਼ੇਰ ਆ ਗਿਆ, ਡਰ ਗਏ। ਕੋਈ ਵਧੀਆ ਚੀਜ਼ ਆ ਗਈ, ਖੁਸ਼ ਹੋ ਗਏ, ਵਾਹ ਵਾਹ ਵਾਹ। ਇਹ ਜਿਹੜਾ ਨਾਨਤਵ ਹੈ, ਸਹੀ ਗਲਤ, ਵਧੀਆ ਘਟੀਆ, ਆਪਣਾ ਬਗਾਨਾ, ਇਹੀ ਵਿਕਸ਼ੇਪ ਸ਼ਕਤੀ, ਹਲਚਲ ਕਰ ਦੇਣੀ ਮਨ ਦੇ ਵਿੱਚ ਹਰ ਵੇਲੇ। ਇਹ ਮਾਇਆ ਦੀ ਸ਼ਕਤੀ ਹੈ। ਮਾਇਆ ਕੀ ਦੁਇ ਸ਼ਕਤ ਹੈ, ਵਿਖੇਪਕ ਆਵਰਣ। ਵਿਕਸ਼ੇਪ ਕਰਨਾ, ਹਲਚਲ ਕਰਨੀ,
ਤੇ ਦੂਸਰੀ ਅਵਰਨ ਪਰਦਾ ਪਾ ਦੇਣਾ, ਢੱਕ ਦੇਣਾ, ਆਪਣੇ ਸਰੂਪ ਦਾ ਪਤਾ ਹੀ ਨਾ ਲੱਗਣਾ, ਆਪਣੇ ਸਰੂਪ ਨੂੰ ਭੁੱਲ ਕੇ ਹੋਰ ਸਮਝਣਾ। ਗਿਆਨ ਕੀ ਹੈ ਔਰ ਅਗਿਆਨ ਕੀ ਹੈ। ਮਹਾਂਪੁਰਸ਼ ਪੰਡਿਤ ਬਾਬਾ ਸੁਖਾ ਸਿੰਘ ਜੀ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਮਹਾਨ ਵਿਦਵਾਨ ਹੋਏ ਨੇ 52 ਕਵੀਆਂ ਵਿੱਚ। ਉਹ ਬਨਾਰਸ ਵਿੱਚ ਵਿਦਿਆ ਪੜ੍ਹ ਕੇ ਆਏ ਸਨ। ਲਿਖਦੇ ਹਨ, ਭੂਲ ਗਇਓ ਅਗਿਆਨ ਤੇ ਆਤਮ ਆਪਨ ਰੂਪ। ਅਗਿਆਨ ਕਰਕੇ ਆਤਮਾ ਨੂੰ ਆਪਣਾ ਆਪ ਭੁੱਲ ਗਿਆ। ਇਹੀ ਅਗਿਆਨ ਹੈ। ਮੈਂ ਆਪਣੇ ਆਪ ਨੂੰ ਨਹੀਂ ਜਾਣਦਾ ਮੈਂ ਕੌਣ ਹਾਂ। ਇਹੀ ਅਗਿਆਨ ਹੈ। ਤਾਹੀ ਕੋ ਫਿਰ ਜਾਣਬੋ ਗਿਆਨ ਕਹਿਤ ਕਵੀ ਭੂਪ। ਆਤਮਾ ਨੂੰ ਜਾਣ ਲੈਣਾ ਗਿਆਨ ਹੈ। ਜਦੋਂ ਗਿਆਨ ਹੋ ਗਿਆ ਆਪਣੇ ਆਪ ਦਾ ਤਾਂ ਗਿਆਨੀ ਹੈ। ਜਦੋਂ ਆਪਣੇ ਆਪ ਦਾ ਪਤਾ ਨਹੀਂ ਮੈਂ ਕੌਣ ਹਾਂ ਤੇ ਬਸ ਫਿਰ ਚੱਕਰ ਵਿੱਚ ਹੀ ਪਿਆ ਹੋਇਆ। ਸੋ ਮਹਾਰਾਜ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਕਹਿੰਦੇ ਇਹ ਦੋ ਸ਼ਕਤੀਆਂ ਹਨ, ਆਵਰਨ ਔਰ ਵਿਕਸ਼ੇਪ। ਇਹ ਮਾਇਆ ਦੀਆਂ ਦੋ ਸ਼ਕਤੀਆਂ ਹਨ। ਹਾਂਜੀ, ਉਪਾਦਾਨ ਇਹ ਸਭ ਜਗ ਕੀਰੀ। ਇਹ ਮਾਇਆ ਦੀਆਂ ਦੋ ਸ਼ਕਤੀਆਂ ਹੀ ਸੰਸਾਰ ਨੂੰ ਪੈਦਾ ਕਰ ਰਹੀਆਂ ਹਨ। ਉਪਾਦਾਨ ਕਾਰਨ ਹੈ। ਦੋ ਕਾਰਨ ਹੁੰਦੇ ਸਾਧ ਸੰਗਤ ਜੀ, ਉਪਾਦਾਨ ਤੇ ਨਿਮਿਤ। ਉਪਾਦਾਨ ਮਟੀਰੀਅਲ ਹੁੰਦਾ ਤੇ ਨਿਮਿਤ ਮਿਸਤਰੀ ਹੁੰਦਾ। ਰੇਤਾ, ਬਜਰੀ, ਸੀਮੈਂਟ, ਲੱਕੜ, ਸਰੀਆ, ਇਹ ਮਕਾਨ ਦਾ ਉਪਾਦਾਨ ਕਾਰਨ ਹੈ। ਪਰ ਇੰਜੀਨੀਅਰ ਜਾਂ ਮਿਸਤਰੀ ਜਾਂ ਕਾਰਪੇਂਟਰ, ਲੱਕੜ ਦਾ ਕੰਮ ਕਰਨ ਵਾਲਾ ਨਿਮਿਤ ਕਾਰਨ ਹੈ। ਮਿਸਤਰੀ ਹੋਵੇ, ਸਮਾਨ ਨਾ ਹੋਵੇ, ਮਕਾਨ ਨਹੀਂ ਬਣਦਾ। ਸਮਾਨ ਹੋਵੇ, ਮਿਸਤਰੀ ਨਾ ਹੋਵੇ ਤਾਂ ਵੀ ਮਕਾਨ ਨਹੀਂ ਬਣਦਾ। ਦੋਵੇਂ ਇਕੱਠੇ ਹੁੰਦੇ ਤਾਂ ਕਾਰਜ ਹੁੰਦਾ ਹੈ। ਮਹਾਰਾਜ ਬਾਣੀ 'ਚ ਵੀ ਕਹਿੰਦੇ ਦੋ ਮਿਲ ਕਾਰਜ ਉਪਜੈ ਰਾਮ ਨਾਮ ਸੰਜੋਗ। ਦੋਵਾਂ ਹੱਥਾਂ ਨਾਲ ਤਾੜੀ ਵੱਜਦੀ ਹੈ। ਨਿਮਿਤ ਕਾਰਨ ਮਿਸਤਰੀ, ਉਪਾਦਾਨ ਕਾਰਨ ਮਟੀਰੀਅਲ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਜਿਹੜੀ ਮਾਇਆ ਦੀਆਂ ਸ਼ਕਤੀਆਂ ਹਨ, ਆਵਰਨ ਤੇ ਵਿਕਸ਼ੇਪ, ਇਹ ਜਗਤ ਦੀਆਂ ਉਪਾਦਾਨ ਕਾਰਨ, ਸੰਸਾਰ ਦਾ ਉਪਾਦਾਨ ਕਾਰਨ ਹਨ। ਹਾਂਜੀ, ਹੈ ਅਘਟਨ ਘਟਨਾ ਸੋ ਘਨੇਰੀ। ਹਾਂ, ਇਹ ਹੈ ਅਘਟਨ ਭਾਵ ਆਪਣੇ ਆਪ ਵਿੱਚ ਜੜ ਹੈ, ਪਰ ਚੇਤਨ ਦੀ ਸੱਤਾ ਪਾ ਕੇ ਬਹੁਤ ਪ੍ਰਕਾਰ ਦੀਆਂ ਘਟਨਾ ਘਟਨਾ ਦਿੰਦੀ ਹੈ। ਅਕਾਲ ਪੁਰਖ ਦੀ ਤਾਕਤ ਦੇ ਨਾਲ ਇਹ ਮਾਇਆ ਬਹੁਤ ਕੁਝ ਪੈਦਾ ਕਰ ਦਿੰਦੀ ਹੈ। ਜੈਸੇ ਪੁਰਸ਼ ਦਾ ਸੰਗ ਪਾ ਕੇ ਇਸਤਰੀ ਬਹੁਤ ਸਾਰੇ ਬੱਚੇ ਪੈਦਾ ਕਰ ਦਿੰਦੀ, ਆਪਣੇ ਆਪ ਨਹੀਂ ਕਰ ਸਕਦੀ ਇਕੱਲੀ। ਮਾਇਆ ਸੰਸਾਰ ਨੂੰ ਨਹੀਂ ਰਚ ਸਕਦੀ ਪਰਮੇਸ਼ਰ ਦੀ ਤਾਕਤ ਤੋਂ ਬਿਨਾਂ। ਮਾਇਆ ਜੜ ਹੈ। ਪੁਰਸ਼ ਇਹਦਾ ਪਰਮੇਸ਼ਰ ਵਾਹਿਗੁਰੂ ਪਤੀ ਹੈ। ਉਸ ਦੀ ਸੱਤਾ ਦੇ ਨਾਲ, ਉਹਦੀ ਤਾਕਤ ਦੇ ਨਾਲ ਇਹ ਦੁਨੀਆ ਪੈਦਾ ਹੋਈ, ਸੰਸਾਰ ਬਣ ਗਿਆ। ਹਾਂਜੀ, ਜਥਾ ਰਜੂ ਹੋਏ ਬਕਰ ਭਰੀ ਹੈ। ਜਿਵੇਂ ਟੇਢੀ ਹੋਈ ਗੋਲ ਮੋਲ ਪਈ ਰੱਸੀ ਹਨੇਰੇ 'ਚ ਪਈ ਹੋਵੇ। ਕਿਹ ਨਰ ਨਿਸਚੈ ਸੋ ਨਾ ਕਹੀ ਹੈ। ਉਹਨੂੰ ਨਿਸ਼ਚੈ ਕਰਕੇ ਕਿਸੇ ਨੇ ਦੇਖਿਆ ਨੇ ਵੀ ਰੱਸੀ ਹੈ, ਪੱਕਾ ਨਹੀਂ ਪਤਾ। ਥੋੜਾ ਜਿਹਾ ਹਨੇਰਾ ਹੋਵੇ, ਥੋੜਾ ਜਿਹਾ ਚਾਨਣਾ ਹੋਵੇ, ਕਿਉਂਕਿ ਜੇ ਪੂਰਾ ਹੀ ਹਨੇਰਾ ਹੋਵੇਗਾ ਫਿਰ ਤਾਂ ਰੱਸੀ ਦਿਖੇਗੀ ਨਹੀਂ ਨਾ। ਬਹੁਤ ਹਨੇਰਾ ਗੂੜਾ ਹੋਵੇ ਫਿਰ ਤਾਂ ਨਹੀਂ। ਥੋੜਾ ਜਿਹਾ ਚਾਨਣਾ ਹੋਵੇ, ਭਾਵ ਸਵੇਰ ਦੇ ਕੋਈ 5 ਵਜੇ ਦਾ ਟਾਈਮ ਦੇਖ ਲਓ, ਦਿਨ ਚੜ੍ਹਨ ਤੋਂ ਪਹਿਲਾਂ ਤੇ ਰਾਤ ਦੇ ਬਾਅਦ, ਜਿਹਨੂੰ ਵਿਚਕਾਰਲਾ ਸਮਾਂ ਪੰਜਾਬੀ 'ਚ ਆਪਾਂ ਨੂੰ ਘੁੱਸ ਮੁਸਲਾ ਕਹਿ ਦਿੰਦੇ। ਘੁੱਸ ਮੁਸਲਾ ਜਿਹਾ, ਥੋੜਾ ਜਿਹਾ ਹਨੇਰਾ, ਥੋੜਾ ਜਿਹਾ ਚਾਨਣਾ, ਰੱਸੀ ਪਈ ਆ ਉਹਦੇ ਵਿੱਚ। ਹਾਂਜੀ, ਰਜ ਦਸਤਾਨ ਪਾਏ ਅਗਿਆਨ। ਕਹਿੰਦੇ ਅਗਿਆਨ ਉਸ ਰੱਜੂ ਦਾ ਆਸਰਾ ਪਾ ਕੇ, ਰੱਸੀ ਦਾ ਆਸਰਾ ਪਾ ਕੇ ਕੀ ਕੁਝ ਬਣਾ ਦਿੰਦਾ ਹੈ। ਹਾਂਜੀ, ਕਾਰਜ ਕੀਨੋ ਸਰਪ ਮਹਾਨ। ਉਹ ਇੱਕ ਕੰਮ ਕਰਦਾ, ਕੀ ਕਰਦਾ? ਸੱਪ ਬਣਾ ਦਿੰਦਾ। ਸੱਪ, ਕਹਿੰਦੇ ਰੱਸੀ ਦਾ ਸੱਪ ਬਣ ਗਿਆ। ਰੱਸੀ ਦਾ ਸੱਪ ਤਾਂ ਨਹੀਂ ਹੁੰਦਾ, ਪਰ ਅਗਿਆਨ ਨੇ ਪੈਦਾ ਕੀਤਾ। ਅਗਿਆਨ, ਮੈਂ ਨਹੀਂ ਜਾਣਦਾ, ਮੇਨ ਸ਼ਕਤੀ ਮੈਂ ਨਹੀਂ ਜਾਣਦਾ। ਜੋ ਨਹੀਂ ਜਾਣਦਾ ਇਹੀ ਤਾਂ ਅਗਿਆਨ ਹੈ। ਉਹ ਜੇ ਰੱਸੀ ਨੂੰ ਜਾਣਦਾ ਹੋਵੇ ਵੀ ਰੱਸੀ ਹੈ ਫਿਰ ਤਾਂ ਡਰੇ ਨਾ ਉਹ, ਫਿਰ ਤਾਂ ਸੱਪ ਪੈਦਾ ਨਹੀਂ ਹੁੰਦਾ। ਉਹ ਨਹੀਂ ਜਾਣਦਾ, ਇਸ ਕਰਕੇ ਰੱਸੀ ਦਾ ਸੱਪ ਬਣਦਾ, ਪਰ ਰੱਸੀ ਦੇ ਆਸਰੇ ਬਣਦਾ। ਜੇ ਰੱਸੀ ਵੀ ਨਾ ਹੋਵੇ ਫਿਰ ਸੱਪ ਨਹੀਂ ਬਣਦਾ। ਹਾਂਜੀ, ਤਿਮ ਮਾਇਆ ਦਿਸ਼ਟਾਨ ਧਰੰਤ। ਇਸੇ ਤਰ੍ਹਾਂ ਮਾਇਆ ਜਿਹੜੀ ਹੈ ਇਹ ਬ੍ਰਹਮ ਦੇ ਆਸਰੇ, ਪਰਮੇਸ਼ਰ ਦੇ ਆਸਰੇ ਤੇ
ਸੰਸਾਰ ਬਣਾ ਦਿੰਦੀ ਹੈ। ਹਾਂਜੀ, ਬ੍ਰਹਮ ਆਸਰੇ ਵਿਸ਼ੇ ਕਰੰਤ। ਇਹ ਬ੍ਰਹਮ ਨੂੰ ਹੀ ਵਿਸ਼ੇ ਕਰ ਜਾਂਦੀ। ਭਾਵ ਜਿਵੇਂ ਕੋਠਾ ਹੈ ਨਾ, ਅੱਗੇ ਹੁਣ ਮਿਸਾਲ ਦੇਣੀ ਗੁਰੂ ਸਾਹਿਬ ਨੇ ਵੀ ਹਨੇਰਾ ਉਹਦੇ ਅੰਦਰ ਹੈ ਤੇ ਉਹ ਹਨੇਰਾ ਉਸ ਕੋਠੇ ਨੂੰ ਘੇਰੀ ਬੈਠਾ ਹੈ। ਬ੍ਰਹਮ ਦੇ ਆਸਰੇ ਤੇ ਮਾਇਆ ਬ੍ਰਹਮ ਨੂੰ ਹੀ ਵਿਸ਼ੇ ਕਰਦੀ, ਭਾਵ ਬ੍ਰਹਮ ਨੂੰ ਢੱਕ ਦਿੰਦੀ ਹੈ। ਇਹ ਹੁਣ ਥੋੜਾ ਬਹੁਤ ਗੰਭੀਰ ਵਿਸ਼ਾ ਹੈ। ਇਹਨੂੰ ਸਾਧ ਸੰਗਤ ਜੀ ਕੇਵਲ ਇੱਕ ਦੋ ਵਾਰੀ ਕਥਾ ਸੁਣ ਕੇ ਨਹੀਂ ਸਮਝ ਆਉਂਦੀ। ਗੁਰਮੁਖਾਂ ਦੀ, ਮਹਾਂਪੁਰਸ਼ਾਂ ਦੀ ਸੰਗਤ 'ਚ ਬਹਿ ਕੇ ਅਖੰਡ ਨਾਮ ਸਿਮਰਨ ਦਾ ਅਭਿਆਸ ਕੀਤਾ ਜਾਵੇ। ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਹੋਵੇ, ਰਹਿਤ ਬਹਿਤ ਵਿੱਚ ਤਿਆਰ ਬਰ ਤਿਆਰ ਹੋਵੇ, ਤਾਂ ਹੌਲੇ ਹੌਲੇ ਫੀਲਿੰਗ ਬਣਦੀ ਹੈ ਤੇ ਫਿਰ ਇਹ ਚੀਜ਼ਾਂ ਸਮਝ ਵਿੱਚ ਆਉਣੀਆਂ ਸ਼ੁਰੂ ਹੁੰਦੀਆਂ ਨੇ। ਬਿਨਾਂ ਗੁਰੂ ਕਿਰਪਾ ਦੇ ਇਹ ਗਿਆਨ ਪ੍ਰਾਪਤ ਨਹੀਂ ਹੁੰਦਾ। ਸਤਿਗੁਰੂ ਦਾ ਵਚਨ ਹੈ, ਗੁਰ ਕਿਰਪਾ ਜੇ ਨਰ ਕਉ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਕਹਿੰਦੇ ਇਹ ਮਾਇਆ ਜਿਹੜੀ ਵਿਖੇਪਕ ਔਰ ਆਵਰਨ ਸ਼ਕਤੀ ਵਾਲੀ ਹੈ, ਬ੍ਰਹਮ ਦਾ ਆਸਰਾ ਪਾ ਕੇ ਬ੍ਰਹਮ ਨੂੰ ਹੀ ਆਪਣਾ ਸ਼ਿਕਾਰ ਬਣਾਉਂਦੀ ਹੈ, ਉਹਨੂੰ ਢੱਕਦੀ ਹੈ। ਹਾਂਜੀ, ਜਥਾ ਤਿਮਰ ਹੋਏ ਕੋਸ਼ਟ ਅੰਤਰ। ਜਿਵੇਂ ਕਮਰੇ ਦੇ ਅੰਦਰ ਹਨੇਰਾ ਹੋਵੇ। ਹੁਣ ਮਹਾਰਾਜ ਮਿਸਾਲ ਦਿੰਦੇ ਗੁਰੂ ਅਰਜਨ ਦੇਵ ਜੀ, ਕਮਰੇ ਦੀਆਂ ਖਿੜਕੀਆਂ ਬੰਦ, ਦਰਵਾਜ਼ੇ ਬੰਦ, ਲਾਈਟਾਂ ਬੰਦ, ਅੰਦਰ ਕੀ ਹੋਏਗਾ? ਕਮਰੇ ਦੀਆਂ ਖਿੜਕੀਆਂ ਬੰਦ, ਲਾਈਟਾਂ ਬੰਦ, ਬਾਹਰੋਂ ਸੂਰਜ ਦੀ ਰੋਸ਼ਨੀ, ਚੰਦਰਮਾ ਦੀ ਰੋਸ਼ਨੀ ਅੰਦਰ ਨਹੀਂ ਆ ਰਹੀ। ਅੰਦਰ ਕੋਈ ਮੋਮਬੱਤੀ, ਕੋਈ ਦੀਵਾ, ਕੋਈ ਲਾਲਟੈਨ, ਕੋਈ ਲੈਂਪ, ਕੋਈ ਬਲਬ ਬਿਜਲੀ ਦਾ ਨਹੀਂ ਜਗ ਰਿਹਾ। ਅੰਦਰ ਕੀ ਹੈ? ਤੁਸੀਂ ਸਾਰੇ ਜਾਣਦੇ ਹੋ, ਹਨੇਰਾ ਹੀ ਹੈ ਨਾ। ਉਹ ਹਨੇਰਾ ਕਿਹਦੇ ਆਸਰੇ ਤੇ ਹੈ? ਕਮਰੇ ਦੇ ਅੰਦਰ ਦਾ ਹਨੇਰਾ ਕਿਹਦੇ ਆਸਰੇ ਤੇ ਹੈ? ਕਮਰੇ ਦੇ ਆਸਰੇ ਤੇ ਹੈ। ਕਮਰੇ ਨਹੀਂ ਬਣਾਇਆ। ਜੇ ਕਮਰਾ ਚਾਰੇ ਪਾਸੇ ਉਹਨੂੰ ਢੱਕ ਕੇ ਬੈਠਾ ਹੈ, ਕੰਧਾਂ, ਉਹਦੀ ਛੱਤ, ਉਹਦੀ ਚਾਰੇ ਦੀਵਾਰਾਂ, ਉਹਦੇ ਕਰਕੇ ਉਹ ਹਨੇਰਾ। ਅੱਛਾ, ਉਹ ਹਨੇਰਾ ਕਿਸ ਨੂੰ ਵਿਸ਼ੇ ਕਰ ਰਿਹਾ? ਕਿਸ ਨੂੰ ਢੱਕ ਰਿਹਾ? ਕਮਰੇ ਨੂੰ ਹੀ ਢੱਕ ਰਿਹਾ। ਕਮਰੇ ਦੇ ਆਸਰੇ ਤੇ ਬਣਿਆ, ਕਮਰੇ ਨੂੰ ਹੀ ਢੱਕ ਰਿਹਾ। ਥੋੜਾ ਜਿਹਾ ਗੰਭੀਰ ਹੈ, ਥੋੜਾ ਜਿਹਾ ਧਿਆਨ ਦਿਓਗੇ ਸਮਝ ਆਏਗੀ ਗੱਲ। ਕਮਰੇ ਦੇ ਅੰਦਰ ਹਨੇਰਾ ਹੈ, ਕਮਰੇ ਨੇ ਬਣਾਇਆ ਹੈ ਤੇ ਕਮਰੇ ਨੂੰ ਹੀ ਢੱਕ ਰਿਹਾ ਉਹ। ਹਾਂਜੀ, ਕੋਠਾ ਆਸ਼ਰੈ ਤਾਹੇ ਨਿਰੰਤਰ। ਜਿਹੜਾ ਕੋਠੇ ਦੇ ਅੰਦਰ ਹਨੇਰਾ ਹੈ ਉਹ ਕੋਠੇ ਦੇ ਆਸਰੇ ਤੇ ਹੈ, ਇਹਨੂੰ ਕੋਈ ਸ਼ੱਕ ਵਾਲੀ ਗੱਲ ਨਹੀਂ। ਸਾਰੇ ਕਹਿਣਗੇ ਵੀ ਦੀਵਾਰਾਂ ਹਨ, ਉੱਪਰ ਛੱਤ ਹੈ, ਖਿੜਕੀਆਂ ਬੰਦ ਨੇ, ਦਰਵਾਜ਼ੇ ਬੰਦ ਨੇ, ਤਾਂ ਅੰਦਰ ਹਨੇਰਾ ਹੈ। ਜੇ ਕੰਧਾਂ ਨਾ ਹੋਣ, ਛੱਤ ਨਾ ਹੋਵੇ, ਖਿੜਕੀਆਂ ਨਾ ਹੋਣ, ਦਰਵਾਜ਼ੇ ਬੰਦ ਨਾ ਹੋਣ, ਹਨੇਰਾ ਨਹੀਂ ਹੋ ਸਕਦਾ। ਹਨੇਰਾ ਹੈ ਅੰਦਰ ਕਮਰੇ ਦੇ, ਪਰ ਕਮਰੇ ਦਾ ਉਹ ਹਨੇਰਾ ਕਮਰੇ ਦੇ ਆਸਰੇ ਤੇ ਹੀ ਬਣਿਆ ਹੈ। ਹਾਂਜੀ, ਬਿਨ ਕੋਸ਼ਟ ਅੰਧਕਾਰ ਨਹੀਂ ਹੈ। ਜੇ ਉਹ ਕੋਠਾ ਨਾ ਹੋਵੇ ਤੇ ਹਨੇਰਾ ਵੀ ਨਾ ਹੋਵੇ। ਇਹ ਤਾਂ ਸਾਰੇ ਸਮਝਦਾਰ ਸਮਝਦੇ ਆ ਵੀ ਜੇ ਕੰਧਾਂ ਨਾ ਹੋਣ, ਛੱਤ ਨਾ ਹੋਵੇ, ਖਿੜਕੀਆਂ ਬੰਦ ਨਾ ਹੋਣ, ਦਰਵਾਜ਼ੇ ਬੰਦ ਨਾ ਹੋਣ, ਤਾਂ ਉਹ ਹਨੇਰਾ ਨਹੀਂ ਹੋ ਸਕਦਾ। ਉਹ ਹਨੇਰਾ ਕੋਠੇ ਦੇ ਅੰਦਰ ਵਾਲਾ ਹਨੇਰਾ ਕੋਠੇ ਦੇ ਕਰਕੇ ਹੀ ਹੈ। ਹਾਂਜੀ, ਜਾਂ ਤੇ ਆਸ਼ਰੈ ਤਾਹੇ ਉਹੀ ਹੈ। ਇਸ ਕਰਕੇ ਉਹ ਕੋਠੇ ਦੇ ਆਸਰੇ ਤੇ ਹੀ ਬਣਿਆ ਹੈ ਹਨੇਰਾ। ਹਾਂਜੀ, ਪੁਨ ਸੋ ਤਿਮਰ ਫੈਲਤ ਹੈ ਹੀ ਕੋ। ਅੱਛਾ, ਫਿਰ ਉਹ ਜਿਹੜਾ ਹਨੇਰਾ ਫੈਲਿਆ ਕਿੱਥੇ ਹੈ? ਬਣ ਗਿਆ ਹਨੇਰਾ। ਹਨੇਰਾ ਫੈਲਿਆ ਵੀ ਉਸ ਕਮਰੇ ਦੇ ਅੰਦਰ ਹੀ ਹੈ ਤੇ ਉਸ ਕਮਰੇ ਨੂੰ ਢੱਕ ਰਿਹਾ ਹੈ। ਉਹ ਕਮਰੇ ਦੀਆਂ ਕੰਧਾਂ ਨਹੀਂ ਦਿਸਣ ਦਿੰਦਾ, ਛੱਤ ਨਹੀਂ ਦਿਸਣ ਦਿੰਦਾ, ਅੰਦਰ ਪਿਆ ਫਰਨੀਚਰ, ਕੁਰਸੀ, ਮੇਜ਼, ਉਹ ਵੀ ਨਜ਼ਰ ਨਹੀਂ ਆਉਣ ਦਿੰਦਾ। ਕੋਠੇ ਦੇ ਆਸਰੇ ਬਣਿਆ ਹੋਇਆ ਕੋਠੇ ਨੂੰ ਹੀ ਢੱਕ ਰਿਹਾ ਹੈ। ਹਾਂਜੀ, ਵਿਸ਼ੇ ਕਰਤ ਤਿਸ ਕੋਸ਼ਟ ਹੀ ਕੋ। ਉਸੇ ਕੋਠੇ ਨੂੰ ਆਪਣਾ ਵਿਸ਼ਾ ਬਣਾਉਂਦਾ, ਆਪਣਾ ਸ਼ਿਕਾਰ ਬਣਾਉਂਦਾ। ਉਹਦੇ ਆਸਰੇ ਹੀ ਬਣਿਆ ਹਨੇਰਾ, ਉਸੇ ਨੂੰ ਹੀ ਦੱਬੀ ਬੈਠਾ। ਬ੍ਰਹਮ ਦੇ ਆਸਰੇ ਹੀ ਅਗਿਆਨ ਪੈਦਾ ਹੋਇਆ, ਪਰਮੇਸ਼ਰ ਦੇ ਆਸਰੇ ਹੀ ਇਹ ਹਨੇਰਾ ਪੈਦਾ ਹੋਇਆ। ਪਰਮੇਸ਼ਰ ਨੂੰ ਹੀ ਢੱਕ ਰਿਹਾ ਹੈ। ਆਖੋ ਸ੍ਰੀ ਵਾਹਿਗੁਰੂ। ਉਹਨੂੰ ਹੀ ਨਜ਼ਰ ਨਹੀਂ ਆਉਣ ਦਿੰਦਾ। ਅਗਿਆਨ ਕੋ ਬਾਹਰੋਂ ਨਹੀਂ। ਬਿਨ ਆਕਾਰ ਬਿਨ ਜਨਮ ਅਨਾਦਿ ਰਹਿ ਇੱਕ ਦੇਸ਼ ਬ੍ਰਹਮ ਕੇ ਮਾਹੇ। ਭਾਈ ਦਇਆ ਸਿੰਘ ਜੀ ਪੰਜਾਂ ਪਿਆਰਿਆਂ ਖਾਲਸੇ ਨੂੰ ਸਮਝਾ ਰਹੇ ਨੇ। ਕਹਿੰਦੇ ਖਾਲਸਾ ਜੀ, ਜਿਹੜਾ ਅਗਿਆਨ ਹੈ ਇਹਦਾ ਕੋਈ ਆਕਾਰ ਨਹੀਂ। ਹੱਥ, ਪੈਰ, ਮੂੰਹ, ਨੱਕ, ਕੰਨ,
ਅਗਿਆਨ ਦੇ ਨਹੀਂ ਪਤਾ ਕਿੱਦਾਂ ਦੇ ਹੈ ਹੀ ਨਹੀਂ, ਆਕਾਰ ਉਹਦਾ ਕੋਈ ਨਹੀਂ, ਕਿਸੇ ਪਕੜ 'ਚ ਨਹੀਂ ਆਉਂਦਾ ਅਗਿਆਨ। ਅਗਿਆਨ ਦਾ ਕੋਈ ਸਰੀਰ ਤਾਂ ਨਹੀਂ। ਬਿਨ ਆਕਾਰ ਔਰ ਬਿਨ ਜਨਮ, ਅਗਿਆਨ ਜਨਮ ਨਹੀਂ ਲੈਂਦਾ, ਅਨਾਦਿ ਹੈ। ਬਿਨ ਜਨਮ ਅਨਾਦਿ, ਮੁੱਢ ਤੋਂ ਹੀ ਹੈ। ਰਹਿ ਇੱਕ ਦੇਸ਼ ਬ੍ਰਹਮ ਕੇ ਮਾਹੇ, ਬ੍ਰਹਮ ਦੇ ਇੱਕ ਹਿੱਸੇ 'ਚ ਰਹਿੰਦਾ। ਇਸੇ ਕਰਕੇ ਆਪਾਂ ਪੜ੍ਹਦੇ ਨਾ, ਨਮੋ ਅੰਧਕਾਰੇ ਨਮੋ ਤੇਜ ਤੇਜੇ। ਦਸਮ ਪਾਤਸ਼ਾਹ ਕਹਿੰਦੇ ਹਨੇਰੇ ਨੂੰ ਵੀ ਨਮਸਕਾਰ ਹੈ, ਰੋਸ਼ਨੀ ਨੂੰ ਵੀ ਨਮਸਕਾਰ ਹੈ। ਤੇਜ ਮੈਨੇ ਰੋਸ਼ਨੀ, ਪ੍ਰਕਾਸ਼। हे ਪ੍ਰਮਾਤਮਾ ਤੂੰ ਹਨੇਰਾ ਵੀ ਹੈ, ਤੂੰ ਪ੍ਰਕਾਸ਼ ਵੀ ਹੈ। ਹਨੇਰਾ ਚਾਨਣ ਆਪੇ ਕੀਆ, ਹਨੇਰਾ ਵੀ ਆਪ ਕੀਤਾ, ਚਾਨਣਾ ਵੀ ਆਪ ਕੀਤਾ। ਆਪ ਹੀ ਹਨੇਰਾ ਬਣਿਆ, ਆਪ ਹੀ ਚਾਨਣਾ ਬਣਿਆ। ਜੇ ਆਪਾਂ ਕਹੀਏ ਵੀ ਹਨੇਰਾ ਤੇ ਚਾਨਣ ਰੱਬ ਤੋਂ ਵੱਖਰੇ ਨੇ, ਫਿਰ ਏਕ ਓਂਕਾਰ ਦੀ ਥਿਊਰੀ ਖਤਮ ਹੋ ਜਾਂਦੀ ਹੈ ਜੋ ਇੱਕ, ਫਿਰ ਦੂਜਾ ਕਿਵੇਂ ਹੋ ਸਕਦਾ? ਦੂਜਾ ਤਾਂ ਕੋਈ ਹੈ ਨਹੀਂ। ਇਸ ਕਰਕੇ ਹਨੇਰਾ ਵੀ ਆਪ ਹੈ ਤੇ ਚਾਨਣਾ ਵੀ ਆਪ ਹੈ। ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ, ਹਨੇਰਾ ਚਾਨਣ ਆਪੇ ਕੀਆ। ਆਪ ਹੀ ਹਨੇਰਾ ਕੀਤਾ, ਆਪ ਹੀ ਚਾਨਣਾ ਕੀਤਾ। ਹਾਂਜੀ, ਛਾਦ ਲੇਤ ਚਹੁ ਔਰਨ ਮਾਹੇ। ਉਹ ਕੋਠੇ ਦਾ ਹਨੇਰਾ ਕੋਠੇ ਨੂੰ ਢੱਕੀ ਬੈਠਾ ਹੈ, ਕੋਠੇ ਕਰਕੇ ਹੀ ਬਣਿਆ, ਪਰਮੇਸ਼ਰ ਕਰਕੇ ਹੀ, ਬ੍ਰਹਮ ਕਰਕੇ ਹੀ ਅਗਿਆਨ ਹੈ। ਇਹ ਜਿੰਨਾ ਅਗਿਆਨ ਹੈ, ਅਗਿਆਨ ਦਾ ਸਰੂਪ ਪਹਿਲਾਂ ਦੱਸ ਦਿੱਤਾ ਮਹਾਰਾਜ ਨੇ। ਮੈਂ ਨਹੀਂ ਜਾਣਦਾ, ਆਈ ਡੋਂਟ ਨੋ, ਮੈਂ ਨਹੀਂ ਜਾਣਦਾ, ਮੈਨੂੰ ਨਹੀਂ ਪਤਾ। ਸਾਰੇ ਕਹਿੰਦੇ ਆਪਾਂ ਮੈਨੂੰ ਨਹੀਂ ਪਤਾ, ਉਹ ਪਤਾ ਨਹੀਂ, ਇਹੀ ਤਾਂ ਅਗਿਆਨ ਹੈ। ਪਰ ਇਹ ਕਿਹਦੇ ਆਸਰੇ ਤੇ ਹੈ? ਇਹ ਵੀ ਬੁੱਧੀ ਕਹਿ ਰਹੀ ਹੈ ਨਾ, ਮੈਂ ਨਹੀਂ ਜਾਣਦਾ। ਬੁੱਧੀ ਤਾਂ ਗਿਆਨ ਸਰੂਪ ਕਹਿੰਦੇ ਆਪਾਂ। ਜੋ ਨਹੀਂ ਜਾਣਦੇ ਨੂੰ ਜਾਣਦਾ ਹੈ, ਉਹ ਕੌਣ ਹੈ? ਮੈਂ ਨਹੀਂ ਜਾਣਦਾ, ਇਹ ਅਗਿਆਨ ਹੈ। ਪਰ ਕਿਹਦੇ ਆਸਰੇ ਤੇ ਹੈ? ਪੱਥਰ ਨੇ ਤਾਂ ਕਦੀ ਨਹੀਂ ਕਿਹਾ ਮੈਂ ਨਹੀਂ ਜਾਣਦਾ। ਜਿਉਂਦੇ ਜਾਗਦੇ ਬੰਦੇ ਹੀ ਕਹਿੰਦੇ ਨੇ, ਉਹਨਾਂ ਦੇ ਅੰਦਰ ਆਤਮਾ ਹੈ, ਪ੍ਰਕਾਸ਼ ਰੂਪ। ਇਸ ਕਰਕੇ ਉਸ ਆਤਮਾ ਦੇ ਆਸਰੇ ਇਹ ਅਗਿਆਨ ਹੈ। ਔਰ ਕੈਸੀ ਵਿਚਿੱਤਰ ਗੱਲ ਹੈ ਵੀ ਉਸੇ ਆਤਮਾ ਨੂੰ ਇਹ ਢੱਕੀ ਬੈਠਾ ਹੈ। ਥੋੜਾ ਜਿਹਾ ਗੰਭੀਰ ਵਿਸ਼ਾ। ਜਿਵੇਂ ਕਮਰੇ ਦੇ ਅੰਦਰ ਦਾ ਹਨੇਰਾ ਕਮਰੇ ਨੂੰ ਢੱਕੀ ਬੈਠਾ, ਕਮਰੇ ਨੂੰ ਉਹਨੇ, ਕਮਰੇ ਦੇ ਆਸਰੇ ਹੀ ਬਣਿਆ। ਬ੍ਰਹਮ ਦੇ ਆਸਰੇ ਇਹ ਮੈਂ ਨਹੀਂ ਜਾਣਦਾ, ਮੈਂ ਨਹੀਂ ਜਾਣਦਾ, ਇਹ ਗੱਲ ਜਿਹੜੀ ਹੈ, ਇਹ ਅਗਿਆਨ, ਇਹ ਬ੍ਰਹਮ ਦੇ ਆਸਰੇ ਤੇ ਹੈ। ਪਰ ਉਹ ਬ੍ਰਹਮ ਨੂੰ ਢੱਕੀ ਬੈਠੀ ਹੈ, ਜਿਵੇਂ ਕਮਰੇ ਦੇ ਅੰਦਰ ਦਾ ਹਨੇਰਾ ਕਮਰੇ ਨੂੰ ਢੱਕੀ ਬੈਠਾ ਹੈ। ਹਾਂਜੀ, ਜਿਸ ਤੇ ਦ੍ਰਿਸ਼ਟ ਪਰਤ ਹੈ ਨਾਹੇ। ਦ੍ਰਿਸ਼ਟੀ ਨਹੀਂ ਪੈਂਦਾ, ਦਿਸਦਾ ਨਹੀਂ ਕੁਛ, ਪਤਾ ਹੀ ਨਹੀਂ ਲੱਗਦਾ, ਸੁੱਝਦਾ ਹੀ ਨਹੀਂ। ਕਰੋੜਾਂ ਜਨਮ ਜੀਵ ਆਤਮਾ ਲੈ ਬੈਠੀ ਹੈ, ਅਜੇ ਤੱਕ ਇਹ ਪਤਾ ਨਹੀਂ ਲੱਗਾ ਮੈਂ ਕੌਣ ਆ। ਆਖੋ ਸ੍ਰੀ ਵਾਹਿਗੁਰੂ। ਸਾਈਂ ਬੁੱਲੇ ਸ਼ਾਹ ਕਹਿੰਦੇ, ਬੁੱਲਾ ਕੀ ਜਾਣਾ ਮੈਂ ਕੌਣ। ਦੂਜਿਆਂ ਬਾਰੇ ਪਤਾ ਲਾਣਾ, ਦੂਜਿਆਂ ਬਾਰੇ ਖੋਜ ਕਰਨੀ, ਦੂਜਿਆਂ ਬਾਰੇ ਪੜ੍ਹਨਾ, ਕਿਤਾਬਾਂ, ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ 'ਚ ਬਹੁਤ ਹੈ। ਆਪਣੇ ਬਾਰੇ ਪਤਾ ਲਾਣਾ ਮੁਸ਼ਕਿਲ। ਇੰਦਰੀਆਂ ਦਾ ਵੀ ਇਹ ਧਰਮ ਹੈ ਕਿ ਆਪਣੇ ਤੋਂ ਦੂਰ ਦੀ ਤੇ ਆਪਣੇ ਤੋਂ ਛੋਟੀ ਚੀਜ਼ ਨੂੰ, ਆਪਣੇ ਤੋਂ ਘੱਟ ਅਹਿਮੀਅਤ ਵਾਲੀ ਚੀਜ਼ ਨੂੰ ਜਾਣ ਸਕਦੀ ਹੈ, ਔਰ ਆਪਣੇ ਤੋਂ ਦੂਰ ਦੀ ਚੀਜ਼ ਨੂੰ ਜਾਣ ਸਕਦੀ ਹੈ। ਅੱਖ ਜਿਹੜੀ ਹੈ, ਇਹ ਆਪਣੇ ਤੋਂ ਥੋੜੀ ਦੂਰ ਚੀਜ਼ ਹੋਵੇਗੀ, ਉਹਨੂੰ ਦੇਖ ਸਕਦੀ ਹੈ। ਏਦਾਂ ਹੱਥ ਉੱਤੇ ਰੱਖ ਲਓ ਤੇ ਹੱਥ ਦੀ ਤਲੀ ਦਿਖਣੀ ਬੰਦ ਹੋ ਜਾਂਦੀ ਹੈ। ਅੱਖਾਂ ਵਿੱਚ ਪਾਇਆ ਹੋਇਆ ਸੁਰਮਾ ਅੱਖਾਂ ਨੂੰ ਨਹੀਂ ਦਿਸਦਾ। ਅੱਖ ਦੀ ਪੁਤਲੀ ਦੇ ਪਿੱਛੇ ਕਿੰਨੀਆਂ ਨਾੜੀਆਂ ਨੇ, ਕਿੰਨੇ ਕਨੈਕਸ਼ਨ ਨੇ। ਅੱਖਾਂ ਦਾ ਡਾਕਟਰ ਭਾਵੇਂ ਜਾਣਦਾ ਹੋਵੇ, ਆਪਣੇ ਆਪ ਅੱਖ ਆਪਣੇ ਪਿੱਛੇ ਨੂੰ ਨਹੀਂ ਦੇਖ ਸਕਦੀ। ਅੱਖ ਆਪਣੇ ਬਾਹਰ ਦੇ ਪਦਾਰਥ ਨੂੰ ਦੇਖ ਸਕਦੀ ਹੈ, ਅੰਦਰ ਦੇ ਨੂੰ ਨਹੀਂ ਦੇਖ ਸਕਦੀ। ਅੱਖਾਂ, ਕੰਨ, ਨੱਕ, ਚਮੜੀ ਤੇ ਜੀਭ, ਇਹ 5 ਗਿਆਨ ਦੇ ਸਾਧਨ ਨੇ, ਬਾਹਰੋਂ ਗਿਆਨ ਅੰਦਰ ਲਿਆਉਣ ਦੇ। ਪਰ ਅੰਦਰ ਇੱਕ ਮਨ ਹੈ, ਉਸ ਮਨ ਨੂੰ ਅੱਖਾਂ ਨਹੀਂ ਦੇਖ ਸਕੀਆਂ, ਉਸ ਮਨ ਨੂੰ ਕੰਨ ਨਹੀਂ ਸੁਣ ਸਕੇ, ਉਸ ਮਨ ਨੂੰ ਚਮੜੀ ਨਹੀਂ ਛੂਹ ਸਕੀ। ਗਿੱਲੇ ਸੁੱਕੇ ਨੂੰ ਚਮੜੀ ਛੂਹਦੀ ਹੈ। ਪੱਥਰ ਹੈ, ਫੁੱਲ ਹੈ, ਸਖਤ ਹੈ,
ਨਰਮ ਹੈ, ਇਹ ਚਮੜੀ ਦੱਸਦੀ ਹੈ, ਗਿੱਲਾ ਹੈ, ਸੁੱਕਾ ਹੈ, ਪਰ ਮਨ ਨਾ ਗਿੱਲਾ ਹੈ ਨਾ ਸੁੱਕਾ ਹੈ, ਨਾ ਪੱਥਰ ਵਰਗਾ ਹੈ ਨਾ ਫੁੱਲ ਵਰਗਾ ਹੈ। ਇਹ ਪਤਾ ਚਮੜੀ ਨਹੀਂ ਦੱਸ ਸਕਦੀ। ਕਾਲਾ ਹੈ, ਗੋਰਾ ਹੈ ਮਨ, ਇਹ ਅੱਖਾਂ ਨਹੀਂ ਦੱਸ ਸਕਦੀਆਂ। ਮਨ ਦੀ ਆਵਾਜ਼ ਕਾਂ ਵਰਗੀ ਹੈ ਜਾਂ ਕੋਇਲ ਵਰਗੀ ਹੈ, ਇਹ ਕੰਨ ਨਹੀਂ ਦੱਸ ਸਕਦੇ। ਇਸੇ ਤਰ੍ਹਾਂ ਮਨ ਮਿੱਠਾ ਹੈ ਜਾਂ ਖੱਟਾ ਹੈ, ਜੀਭ ਨਹੀਂ ਦੱਸ ਸਕਦੀ। ਅੰਦਰ ਹੈ ਨਾ ਉਹ। ਇਸ ਕਰਕੇ ਗਿਆਨ ਇੰਦਰੀਆਂ ਮਨ ਤੱਕ ਨਹੀਂ ਅੱਪੜ ਸਕਦੀਆਂ। ਹਾਂਜੀ। ਤਥਾ ਬ੍ਰਹਮ ਕੋ ਮਾਇਆ ਜਾਨ। ਇਸ ਤਰ੍ਹਾਂ ਇਹ ਜਿਹੜੀ ਮਾਇਆ ਹੈ, ਇਹ ਬ੍ਰਹਮ ਨੂੰ ਨਹੀਂ ਜਾਣ ਸਕਦੀ। ਆਖੋ ਸ੍ਰੀ ਵਾਹਿਗੁਰੂ। ਬ੍ਰਹਮ ਤੋਂ ਬਾਹਰ ਹੈ, ਬ੍ਰਹਮ ਅੰਦਰ ਹੈ। ਹਾਂਜੀ। ਆਸ਼ਰੈ ਵਿਸ਼ੈ ਕਰਤ ਬੁੱਧਵਾਨ। ਹਾਂ, ਬਸ ਇੰਨਾ ਹੈ ਵੀ ਮਾਇਆ ਬ੍ਰਹਮ ਨੂੰ ਢੱਕ ਲੈਂਦੀ ਹੈ। ਜਿਵੇਂ ਬ੍ਰਹਮ ਦੇ ਕੋਠੇ ਦੇ ਆਸਰੇ ਤੇ ਪੈਦਾ ਹੋਇਆ ਹਨੇਰਾ ਕੋਠੇ ਨੂੰ ਢੱਕ ਲੈਂਦਾ, ਕਮਰੇ ਦੇ ਆਸਰੇ ਤੇ ਬਣਿਆ ਹੋਇਆ ਹਨੇਰਾ ਜਿਵੇਂ ਕਮਰੇ ਨੂੰ ਢੱਕੀ ਬੈਠਾ ਹੈ, ਏਦਾਂ ਪਰਮੇਸ਼ਰ ਨੂੰ, ਬ੍ਰਹਮ ਨੂੰ ਮਾਇਆ ਨੇ ਛੁਪਾਇਆ ਹੋਇਆ ਹੈ। ਹਾਂਜੀ। ਜਬ ਅਗਿਆਨ ਸਕਾਰਜ ਸਾਰੇ। ਜਦੋਂ ਇਹ ਅਗਿਆਨ ਜਗਤ ਦੇ ਸਾਰੇ ਕਾਰਜ ਕਰਦਾ ਹੈ, ਜਗਤ ਨੂੰ ਪੈਦਾ ਕਰਦਾ, ਕਿਉਂਕਿ ਸੰਸਾਰ ਸਾਰਾ ਅਗਿਆਨ ਕਰਕੇ ਹੀ ਭਾਸਦਾ ਹੈ। ਹਾਂਜੀ। ਭ੍ਰਮ ਛੁੱਟ ਜਾਏ ਸਰੂਪ ਨਿਹਾਰੇ। ਜਦੋਂ ਅਗਿਆਨ ਖਤਮ ਹੋ ਜਾਂਦਾ ਹੈ, ਉਹ ਭਰਮ ਛੁੱਟ ਜਾਂਦਾ ਹੈ, ਆਪਣੀ ਆਤਮਾ ਨੂੰ ਦੇਖਣ ਜੋਗਾ ਹੋ ਜਾਂਦਾ ਹੈ। ਗੁਰੂ ਦੀ ਕਿਰਪਾ ਨਾਲ ਕੋਈ ਗੁਰਮੁਖ ਜਨ। ਹਾਂਜੀ। ਪਰਮ ਤਤ ਕੋ ਮਤ ਕਰ ਜਾਨਾ। ਪਰਮ ਤਤ ਕੋ ਮਤ ਕਰ ਜਾਨਾ। ਜਿਹਨੇ ਪਰਮ ਤਤ ਨੂੰ ਜਾਣ ਲਿਆ, ਆਪਣੇ ਸਰੂਪ ਨੂੰ ਵੀ, ਆਤਮਾ ਸ਼ੁੱਧ ਬ੍ਰਹਮ, ਅਕਾਲ ਪੁਰਖ ਦੀ ਜੋਤ ਮੇਰੇ ਅੰਦਰ ਵਿਰਾਜਮਾਨ ਹੈ। ਇਹ ਮੇਰੇ ਤੇਰੇ ਤੱਕ ਬੋਲੀ ਹੈ ਸਾਡੀ, ਇਹ ਤਾਂ ਉੱਥੇ ਖਤਮ ਹੋ ਜਾਂਦੀ ਹੈ। ਉੱਥੇ ਨਾ ਮੈਂ ਨਾ ਤੂੰ ਰਹਿ ਨਹੀਂ ਜਾਂਦੀ। ਮੈਂ ਤੂੰ ਤਹਾਂ ਨਾ ਸੰਭਵ ਹੈ। ਮੈਂ ਔਰ ਤੂੰ ਉੱਥੇ ਨਹੀਂ ਸੰਭਵ, ਜਿੱਥੇ ਦੀ ਗੱਲ ਚੱਲ ਰਹੀ ਹੈ। ਗੁਰੂ ਅਰਜਨ ਸਾਹਿਬ ਦੱਸ ਰਹੇ, ਕਦੇ 21ਵੀਂ ਅਸ਼ਟਪਦੀ ਸੁਖਮਨੀ ਸਾਹਿਬ ਦੀ ਪੜ੍ਹੋ, ਉਹਦੇ 'ਚ ਮਹਾਰਾਜ ਜ਼ਿਕਰ ਕੀਤਾ ਉਸ ਅਵਸਥਾ ਦਾ। ਜਬ ਅਕਾਰਿਓ ਕਛ ਨਾ ਦ੍ਰਿਸ਼ਟੇਤਾ, ਜਦੋਂ ਸੰਸਾਰ ਦਿਸਦਾ ਹੀ ਨਹੀਂ। ਪਾਪ ਪੁੰਨ ਤਬ ਕਹਤੇ ਹੋਤਾ, ਜਬ ਧਾਰੀ ਆਪਨ ਸੁਨ ਸਮਾਦ, ਤਬ ਬੈਰ ਵਿਰੋਧ ਕੇ ਸੰਗ ਕਮਾਤ। ਉਸ ਵੇਲੇ ਅਵਸਥਾ ਦੇ ਵਿੱਚ ਅਗਿਆਨ ਅਲੋਪ ਹੋ ਗਿਆ ਤੇ ਜਗਤ ਵੀ ਅਲੋਪ ਹੋ ਗਿਆ। ਹਾਂਜੀ। ਏਕ ਓੰਕਾਰ ਮਹਿਤ ਮਹੀਆਨਾ। ਬਸ ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ। ਇੱਕ ਸਰੂਪ ਹੀ ਰਹਿ ਜਾਂਦਾ। ਫਿਰ ਏਕ ਓੰਕਾਰ, ਅੰਦਰ ਬਾਹਰ ਇੱਕੋ ਇੱਕ ਉਹੀ ਹੋ ਜਾਂਦਾ। ਖੇਲ ਖੇਲ ਅਖੇਲ ਖੇਲਣ, ਅੰਤ ਕੋ ਫਿਰ ਏਕ। ਹਾਂਜੀ। ਏਕ ਆਤਮਾ ਬ੍ਰਹਮ ਅਨਸ਼ਵ ਹੈ। ਇੱਕ ਆਤਮਾ ਸ਼ੁੱਧ ਬ੍ਰਹਮ ਵਿਆਪਕ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਅਨਸ਼ਵ, ਨਾਸ ਨਹੀਂ ਹੁੰਦਾ ਉਹਦਾ। ਉਹਨੂੰ ਕੋਈ ਸ਼ਸਤਰ ਕੱਟ ਨਹੀਂ ਸਕਦਾ, ਉਹਨੂੰ ਅੱਗ ਸਾੜ ਨਹੀਂ ਸਕਦੀ, ਉਹਨੂੰ ਪਾਣੀ ਡੋਬ ਨਹੀਂ ਸਕਦਾ। ਉਹ ਜੰਮਦਾ ਨਹੀਂ, ਉਹ ਮਰਦਾ ਨਹੀਂ। ਐਸਾ ਉਹ ਸਰੂਪ ਫਿਰ ਬੋਧ ਵਿੱਚ ਆਉਂਦਾ ਹੈ। ਸਦਾ ਅਨਾਦਿ ਜੋ ਇੱਕ ਰਸ ਹੈ। ਜੋ ਅਨਾਦਿ ਹੈ, ਕਿਸੇ ਮਾਂ ਦੁਆਰਾ, ਕਿਸੇ ਪਿਓ ਦੁਆਰਾ ਜੰਮਿਆ ਨਹੀਂ। ਸਹਿ ਭੰਗ ਸੁਤੇ ਪ੍ਰਕਾਸ਼, ਆਪਣੇ ਆਪ ਤੋਂ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਇੱਕ ਰਸ ਹੈ। ਜਿਵੇਂ ਤੇਲ ਦੀ ਧਾਰਾ ਹੁੰਦੀ ਹੈ, ਏਦਾਂ ਅਖੰਡ ਅਨਾਦਿ ਕਾਲ ਤੋਂ। ਅਨਾਦਿ ਵੀ ਕਹਿਣਾ ਬਣਦਾ ਹੈ, ਕੋਈ ਨਹੀਂ, ਬੋਲਣਾ ਪੈਂਦਾ ਸਾਨੂੰ। ਇਹ ਜਿਹੜੀ ਕਥਾ ਹੋ ਰਹੀ ਹੈ ਸਾਧ ਸੰਗਤ ਜੀ, ਇਹ ਵੀ ਅਗਿਆਨ ਵਿੱਚ ਹੀ ਹੁੰਦੀ ਹੈ, ਗਿਆਨ ਵਿੱਚ ਨਹੀਂ ਹੁੰਦੀ। ਜਿੱਥੇ ਗਿਆਨ ਦੀ ਅਵਸਥਾ ਹੈ, ਉੱਥੇ ਸ਼ਬਦ ਮੁੱਕ ਜਾਂਦੇ ਹਨ, ਬੋਲਿਆ ਨਹੀਂ ਜਾਂਦਾ। ਮਹਾਰਾਜ ਕਹਿੰਦੇ ਭਾਈ ਗੁਰਦਾਸ ਦੇ ਬਚਨ ਨੇ ਕਿ ਮੂੰਹ ਭਰਿਆ ਕਿਉਂ ਬੋਲੀਐ, ਰਸ ਜੀਵ ਰਸਾਲੀ। ਮੂੰਹ ਭਰ ਗਿਆ, ਲੱਡੂ ਮੂੰਹ 'ਚ ਪਾਇਆ, ਫਿਰ ਕੀ ਬੋਲੇਗਾ। ਜਿੰਨਾ ਚਿਰ ਮੂੰਹ ਖਾਲੀ, ਉਹਨਾਂ ਚਿਰ ਬੋਲਦੇ ਹੈ। ਕਥਾਵਾਚਕ ਕਥਾ ਕਰ ਰਹੇ ਕੁੱਲ ਦੁਨੀਆ ਵਿੱਚ, ਸਾਡੇ ਵਰਗੇ ਅਗਿਆਨ ਵਿੱਚ ਹੀ ਕਰ ਰਹੇ ਹਨ। ਗਿਆਨ ਵਿੱਚ ਤਾਂ ਜ਼ੁਬਾਨ ਬੰਦ ਹੋ ਜਾਂਦੀ ਹੈ, ਬੋਲਣਾ ਬੰਦ ਹੋ ਜਾਂਦਾ ਹੈ। ਹਾਂਜੀ। ਆਏ ਨਾ ਜਾਏ ਕਿਤਹੁ ਤੇ ਕੋਈ। ਫਿਰ ਉਸ ਵੇਲੇ ਪਤਾ ਲੱਗਦਾ ਹੈ, न किस जन्मै न किस मरै, आपन चलत आप ही करै। ਫਿਰ ਨਹੀਂ ਕੋਈ ਆ ਰਿਹਾ, ਨਹੀਂ ਕੋਈ ਜਾ ਰਿਹਾ। ਘੜੇ ਆ ਰਹੇ ਨੇ, ਘੜੇ ਜਾ ਰਹੇ ਨੇ,
ਆਕਾਸ਼ ਤਾਂ ਨਹੀਂ ਆ ਰਿਹਾ, ਆਕਾਸ਼ ਤਾਂ ਵਿੱਚ ਇੱਕੋ ਜਿਹਾ ਹੀ ਹੈ, ਇੱਕ ਰਾਸ਼ੀ ਹੈ ਤੇ ਅਸੰਗ ਹੈ। ਫਿਰ ਉਸ ਅਵਸਥਾ 'ਚ ਪਹੁੰਚਦਾ ਹੈ। ਉਸ ਤੋਂ ਪਹਿਲਾਂ ਜਨਮ ਮਰਨ ਵੀ ਹੁੰਦਾ, ਉਸ ਤੋਂ ਪਹਿਲਾਂ ਸਭ ਕੁਝ ਹੁੰਦਾ। ਜਿੰਨਾ ਚਿਰ ਬ੍ਰਹਮ ਗਿਆਨ ਨਹੀਂ ਹੁੰਦਾ ਉਹਨਾਂ ਚਿਰ ਜਨਮ ਮਰਨ ਚੱਲਦਾ ਰਹਿੰਦਾ ਹੈ। ਲੱਖ ਵਾਰੀ ਕਰੋੜਾਂ ਵਾਰੀ ਆਉਂਦਾ ਦੁਨੀਆ ਤੇ, ਕਰੋੜਾਂ ਵਾਰੀ ਜਾਂਦਾ ਹੈ। ਜਮ ਜਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਬੜੀ ਲੰਮੀ ਸਜ਼ਾ ਭੋਗਦਾ ਹੈ। ਜਦੋਂ ਉਸ ਅਵਸਥਾ 'ਚ ਪਹੁੰਚ ਜਾਵੇ, ਕਬਹੂ ਸਾਧ ਸੰਗਤ ਇਉ ਪਾਵੈ, ਉਸ ਅਸਥਾਨ ਤੇ ਬੌਰ ਨ ਆਵੈ। ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਵਿਨਾਸ਼। ਮਨ ਤਨ ਨਾਮ ਰਤੇ ਇਕ ਰੰਗ, ਸਦਾ ਬਸਹਿ ਪਾਰ ਬ੍ਰਹਮ ਕੈ ਸੰਗ। ਜਿਉ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਪਾਣੀ ਚ ਮਿਲ ਗਿਆ, ਬੂੰਦ ਸਾਗਰ ਚ ਮਿਲ ਗਈ, ਜੋਤ ਜੋਤ ਵਿੱਚ ਰਲ ਗਈ। ਫਿਰ ਆਉਣਾ ਜਾਣਾ, ਜੰਮਣਾ ਮਰਨਾ ਸਭ ਖਤਮ ਹੋ ਜਾਂਦੇ ਹਨ। ਵਿਆਪਕ ਸਰਬ ਗਗਨ ਸਮ ਸੋਈ। ਫਿਰ ਪਤਾ ਲੱਗਦਾ ਵੀ ਆਕਾਸ਼ ਦੀ ਤਰ੍ਹਾਂ ਵਿਆਪਕ ਸਰਬੱਤਰ ਪ੍ਰਾਣੀਆਂ ਦੇ ਅੰਦਰ ਇੱਕੋ ਹੀ ਜੋਤ ਦਾ ਪਸਾਰਾ। ਉਸ ਅਕਾਲ ਪੁਰਖ ਦੀ ਜੋਤ ਨੂੰ ਫਿਰ ਉਹ ਜਾਣ ਲੈਂਦਾ ਹੈ। ਹਾਂਜੀ, ਅਦਵੈ ਅਨਦਾਤਮ ਸਭ ਥਾਨ। ਅਦਵੈ ਜੋ ਦਵੈਤ ਤੋਂ ਰਹਿਤ ਹੈ, ਦੂਜਾ ਤੀਜਾ ਚੌਥਾ ਪੰਜਵਾਂ ਅੱਠਵਾਂ ਦਸਵਾਂ ਨਹੀਂ, ਇੱਕੋ ਹੀ ਹੈ। ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਏਕਮ ਏਕ ਓੰਕਾਰ ਨਿਰਾਲਾ, ਅਮਰ ਅਜੋਨੀ ਜਾਤ ਨ ਜਾਲਾ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ। ਉਸ ਏਕ ਓੰਕਾਰ ਸਰੂਪ ਦਾ ਫਿਰ ਗਿਆਨ ਹੁੰਦਾ, ਬੋਧ ਹੁੰਦਾ ਹੈ। ਹਾਂਜੀ, ਨਿਹਕਲ ਅਕਰੈ ਅਜੈ ਮਹਾਨ। ਉਹ ਜਿਹੜਾ ਪਰਮੇਸ਼ਰ ਵਾਹਿਗੁਰੂ ਆਨੰਦ ਆਤਮਾ ਹੈ, ਨੇ ਕਲ ਸਾਰੀਆਂ ਕਲਾ ਤੋਂ ਰਹਿਤ ਹੈ, ਸਾਰੀਆਂ ਕਲਾ ਤੋਂ ਰਹਿਤ ਹੈ, ਮਾਇਆ ਤੋਂ ਵੀ ਰਹਿਤ ਹੈ, ਸ਼ੁੱਧ ਸਰੂਪ ਹੈ। ਅਕਰੈ ਸਾਰੀਆਂ ਕਿਰਿਆ ਤੋਂ ਵੀ ਰਹਿਤ ਹੈ, ਕੁਛ ਨਹੀਂ ਕਰਦਾ, ਕੋਈ ਕਿਰਿਆ ਨਹੀਂ ਆਦੀ, ਐਰਨ ਦੀ ਤਰ੍ਹਾਂ ਟਿਕਿਆ ਹੋਇਆ ਆਪਣੇ ਆਨੰਦ ਵਿੱਚ। ਤੇ ਅਜੈ ਮਹਾਨ, ਅਜੈ ਹੈ ਭਾਵ ਜੰਮਦਾ ਨਹੀਂ, ਆਖੋ ਸ੍ਰੀ ਵਾਹਿਗੁਰੂ, ਔਰ ਕਿਸੇ ਦੁਆਰਾ ਜਿੱਤਿਆ ਵੀ ਨਹੀਂ ਜਾਂਦਾ। ਮਹਾਨ ਤੋਂ ਮਹਾਨ ਹੈ। ਸ੍ਰੀ ਜਾਪ ਸਾਹਿਬ ਦੇ ਵਿੱਚ ਪੜ੍ਹਦੇ ਹੀ ਹਾਂ, ਉਸ ਪਰਮੇਸ਼ਰ ਦਾ ਸਰੂਪ ਵਿਰਾਟ ਰੂਪ ਹੈ। ਕਿਤੇ ਹਨੇਰਾ, ਕਿਤੇ ਚਾਨਣਾ, ਕਿਤੇ ਕੁਛ ਕਿਤੇ ਕੁਛ। ਅਰੂਪ ਹੈ ਅਨੂਪ ਹੈ, ਅਜੂ ਹੈ ਅਪੂ ਹੈ, ਅਲੇਖ ਹੈ ਅਪੇਖ ਹੈ, ਅਨਾਮ ਹੈ ਅਕਾਮ ਹੈ, ਅਤੇ ਹੈ ਅਪੇ ਹੈ, ਅਜੀਤ ਹੈ ਅਪੀਤ ਹੈ। ਤਿਰਮਾਨ ਹੈ ਨਿਧਾਨ ਹੈ, ਤ੍ਰਿਵਰਗ ਹੈ ਅਸਰਗ ਹੈ। ਬੇਅੰਤ ਵਿਰਾਟ ਰੂਪ ਦੇ ਵਿੱਚ ਵਿਰਾਜਮਾਨ ਹੈ, ਹਰ ਰੰਗ ਵਿੱਚ ਵਿਰਾਜਮਾਨ ਹੈ, ਹਰ ਰੂਪ ਵਿੱਚ ਵਿਰਾਜਮਾਨ ਹੈ, ਪਰ ਸਾਰਿਆਂ ਰੰਗਾਂ ਰੂਪਾਂ ਤੋਂ ਵੱਖਰਾ ਹੈ। ਆਖੋ ਸ੍ਰੀ ਵਾਹਿਗੁਰੂ। ਜਿਵੇਂ ਬਲਬ ਜਗ ਰਹੇ ਨੇ, ਟਿਊਬਾਂ ਜਗ ਰਹੀਆਂ ਨੇ, ਲਾਊਡ ਸਪੀਕਰ ਚੱਲ ਰਹੇ ਨੇ, ਕੰਪਿਊਟਰ ਚੱਲ ਰਹੇ ਨੇ, ਹਜ਼ਾਰਾਂ ਲੱਖਾਂ ਮਸ਼ੀਨਾਂ ਚੱਲ ਰਹੀਆਂ ਨੇ, ਬਿਜਲੀ ਸਾਰਿਆਂ 'ਚ ਇੱਕੋ ਹੈ, ਪਰ ਬਿਜਲੀ ਦਾ ਕੋਈ ਰੂਪ ਨਹੀਂ ਹੈ। ਉਹ ਕਰੰਟ ਜਿਹੜੀ ਇਲੈਕਟ੍ਰਿਕ ਪਾਵਰ ਹੈ, ਉਹ ਰੂਪ ਤੋਂ ਰਹਿਤ ਹੋ ਕੇ ਵਿੱਚ ਵਰਤ ਰਹੀ ਹੈ। ਬਸ ਏਦਾਂ ਇਹ ਸਾਰੇ ਸਰੀਰਾਂ ਦੇ ਵਿੱਚ ਉਹ ਪਾਵਰ ਅਕਾਲ ਪੁਰਖ ਦੀ ਜੋਤ ਵਿਰਾਜਮਾਨ ਹੈ। ਹਾਂਜੀ, ਗੁਰ ਪੂਰਨ ਸੋ ਮਿਲ ਹੈ ਜਬੈ। ਜਦੋਂ ਇਹ ਪ੍ਰਾਣੀ ਪੂਰੇ ਗੁਰੂ ਨੂੰ ਮਿਲਦਾ ਹੈ, ਪੂਰਾ ਸਤਿਗੁਰੂ ਸਿਰ ਤੇ ਹੱਥ ਰੱਖਦਾ ਹੈ, ਸਮਰੱਥ ਗੁਰੂ ਸਿਰ ਹੱਥ ਧਰਿਓ, ਉਦੋਂ ਕਪਾਟ ਖੁੱਲ੍ਹਦੇ ਹਨ। ਗੁਰਪੂਰੇ ਤੋਂ ਬਿਨਾਂ ਉਹ ਭਰਮ ਦਾ ਪਰਦਾ ਪਾਟਦਾ ਨਹੀਂ, ਉਹ ਮਾਇਆ ਦੀਆਂ ਸ਼ਕਤੀਆਂ ਦੂਰ ਨਹੀਂ ਹੁੰਦੀਆਂ। ਉਹ ਮਾਇਆ ਦੀਆਂ ਆਵਰਣ ਤੇ ਵਿਕਸ਼ੇਪ ਸ਼ਕਤੀਆਂ ਜਿਹੜੀਆਂ ਹਨ, ਉਹ ਬੰਦੇ ਨੂੰ ਦੱਬ ਕੇ ਰੱਖਦੀਆਂ ਨੇ, ਕਿਉਂਕਿ ਮਾਇਆ ਨੇ ਵੀ ਤਾਂ ਆਪਣਾ ਕੰਮ ਚਲਾਉਣਾ। ਜੇ ਸ੍ਰਿਸ਼ਟੀ ਸਾਰੀ ਬ੍ਰਹਮ ਗਿਆਨੀ ਹੋ ਜਾਏ, ਮਾਇਆ ਤੋਂ ਰਹਿਤ ਹੋ ਜਾਏ, ਤੇ ਸ੍ਰਿਸ਼ਟੀ ਦਾ ਕੰਮ ਸਾਰਾ ਖਤਮ ਹੋ ਜਾਂਦਾ। ਇਹ ਮਹਾਰਾਜ ਦੀ ਲੀਲਾ ਰਚੀ ਹੋਈ, ਮਾਇਆ ਆਪਣੀ ਡਿਊਟੀ ਕਰ ਰਹੀ। ਗੁਰੂ ਛੁਡਾ ਲੈਂਦਾ ਜਿਹਨੂੰ ਛੁਡਾਉਣਾ ਹੋਵੇ, ਜਿਹਦੀ ਬਾਂਹ ਫੜਨੀ ਹੋਵੇ, ਉਹਨੂੰ ਉਸ ਰੂਪ ਦਾ ਗਿਆਨ ਕਰਾ ਕੇ ਇਹਦੇ ਚੋਂ ਕੱਢ ਲੈਂਦਾ ਹੈ।
ਪੂਰਾ ਗੁਰੂ ਮਿਲੇ ਤਾਂ ਹੀ ਇਹ ਗੱਲ ਬਣਦੀ ਹੈ। ਹਾਂਜੀ, ਹਉਮੈ ਮਲ ਨਿਰਵਾਰ ਹੈ ਸਭੈ। ਪਹਿਲਾਂ ਆਪਣੇ ਸਿੱਖ ਦੀ ਗੁਰੂ ਹਉਮੈ ਦੀ ਮੈਲ ਨੂੰ ਦੂਰ ਕਰਦਾ ਹੈ। ਪਹਿਲਾਂ ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੁੱਧੈ ਕੋ ਜਾਵੋ। ਪਹਿਲਾਂ ਭਾਂਡੇ ਮਾਂਜਦਾ ਹੈ। ਮਾਂਜਣ ਵਾਸਤੇ ਉਹ ਕਸਵੱਟੀਆਂ ਲਾਂਦਾ ਸੇਵਾ ਸਿਮਰਨ ਦੀਆਂ। ਫਿਰ ਸਿੱਖ ਨੂੰ ਸੇਵਾ ਕਰਕੇ ਆਪਣੀ ਹਉਮੈ ਕਿਵੇਂ ਦੂਰ ਕਰਨੀ, ਮੈਂ ਹੈ ਹੀ ਨਹੀਂ। ਬੜੇ ਬੜੇ ਇਮਤਿਹਾਨ ਲੈਂਦਾ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਲਹਿਣਾ ਜੀ ਦੀ ਕਿੰਨੀ ਪ੍ਰੀਖਿਆ, ਕਿੰਨੀ ਕਰੜੀ ਤੋਂ ਕਰੜੀ ਲਈ ਹੈ। ਐਗਜ਼ੈਂਪਲ ਦਿੱਤੀ ਹੈ ਵੀ ਏਦਾਂ ਗੁਰੂ ਤੇ ਸਿੱਖ ਦੀ ਖੇਡ ਹੁੰਦੀ ਹੈ। ਸੌਖਾ ਜਿਹਾ ਕੰਮ ਨਹੀਂ ਹੈ ਵੀ ਆਏ ਤੇ ਕੜਾਹ ਪ੍ਰਸ਼ਾਦ ਛਕਿਆ, ਮੁੱਛਾਂ ਨੂੰ ਤਾ ਦਿੱਤਾ ਤੇ ਚਲੇ ਗਏ। ਇੰਨਾ ਸੌਖਾ ਨਹੀਂ ਹੈ ਗੁਰਸਿੱਖੀ ਦਾ ਪੈਂਡਾ, ਔਖਾ ਹੈ। ਉਹ ਖੇਡ ਹੋਰ ਹੈ। ਮਹਾਰਾਜ ਸਾਹਿਬ ਜਦੋਂ ਕਿਰਪਾ ਕਰਦੇ ਨੇ, ਪਹਿਲਾਂ ਸਿੱਖ ਦੀ ਹਉਮੈ ਮਾਰਦੇ ਨੇ। ਪਤਾ ਨਹੀਂ ਕਿੱਦਾਂ ਦੀ ਕਸਵੱਟੀ ਲਾ ਦਿੰਦੇ ਨੇ, ਕੀ ਕਰਦੇ ਨੇ, ਉਹ ਹੀ ਜਾਣਦੇ ਨੇ। ਜਦੋਂ ਉਹ ਮਿਟ ਜਾਂਦਾ, ਮੈਂ ਹੈ ਹੀ ਨਹੀਂ ਪੂਰੀ ਤਰ੍ਹਾਂ ਅੰਦਰੋਂ ਬਾਹਰੋਂ, ਉਦੋਂ ਫਿਰ ਉਹਨੂੰ ਬਾਹੋਂ ਫੜ ਕੇ ਕੋਲ ਬਿਠਾ ਕੇ ਤੇ ਉਹ ਜਿਹੜਾ ਪਰਦਾ ਚੁੱਕ ਦਿੰਦੇ ਨੇ। ਹਾਂਜੀ, ਸਭ ਹਿਨ ਤੇ ਉਤਕ੍ਰਿਸ਼ਟ ਜੋ ਗਤ ਹੈ। ਫਿਰ ਸਭ ਤੋਂ ਉੱਪਰਲੀ ਪਦਵੀ ਜਿਹੜੀ ਹੈ ਬ੍ਰਹਮ ਦੇ ਵਿੱਚ ਲੀਨ ਕਰਨਾ। ਸੰਸਾਰ 'ਚ ਸਭ ਤੋਂ ਉੱਚੀ ਅਵਸਥਾ ਹੈ ਆਤਮ ਗਿਆਨੀ ਦੀ, ਬ੍ਰਹਮ ਗਿਆਨੀ ਦੀ। ਉਹਦੇ ਬਰਾਬਰ ਕੋਈ ਪਦਵੀ ਨਹੀਂ। ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਆਪ ਪਰਮੇਸ਼ਰ। ਉਹ ਬ੍ਰਹਮ ਗਿਆਨੀ ਦਾ ਖੁਦ ਪਰਮੇਸ਼ਰ ਬਣ ਜਾਂਦਾ, ਆਪ ਪਰਮੇਸ਼ਰ ਬਣ ਜਾਂਦਾ। ਉਹ ਪਦਵੀ ਮੁੜ ਕੇ ਜਾਂਦੀ ਆਂਦੀ ਨਹੀਂ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖਾ ਏਕਸ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਉਹਦੇ ਮਨ ਵਿੱਚ ਵੀ ਉਹਦੇ ਮੁਖ ਵਿੱਚ ਵੀ ਸੱਚਾ ਵਾਹਿਗੁਰੂ ਵਸ ਜਾਂਦਾ। ਉਹ ਇੱਕ ਬ੍ਰਹਮ ਤੋਂ ਬਿਨਾਂ ਹੋਰ ਕੁਝ ਦੇਖਦਾ ਹੀ ਨਹੀਂ। ਐਸੇ ਲੱਛਣ ਹੁੰਦੇ ਨੇ ਉਸ ਬ੍ਰਹਮ ਗਿਆਨੀ ਦੇ। ਉਹ ਬ੍ਰਹਮ ਗਿਆਨੀ ਦੇ ਲੱਛਣ ਗੁਰੂ ਕਿਰਪਾ ਬਿਨਾਂ ਪ੍ਰਾਪਤ ਨਹੀਂ ਹੁੰਦੇ। ਆਪਣੇ ਆਪ ਕੋਈ ਕਵੇ ਮੈਂ ਬ੍ਰਹਮ ਗਿਆਨੀ ਹਾਂ, ਕਈ ਬਣੇ ਫਿਰਦੇ ਅੱਜ ਕੱਲ੍ਹ, ਆਪਣੇ ਮੂੰਹ ਤੋਂ ਕਹਿੰਦੇ ਵੀ ਅਸੀਂ ਬ੍ਰਹਮ ਗਿਆਨੀ, ਪਰ ਏਦਾਂ ਬ੍ਰਹਮ ਗਿਆਨੀ ਨਹੀਂ ਹੁੰਦਾ। ਬ੍ਰਹਮ ਗਿਆਨੀ ਜਿਸ ਨੂੰ ਗੁਰੂ ਬਣਾ ਦੇਵੇ, ਉਹ ਬ੍ਰਹਮ ਗਿਆਨੀ ਬਣਦਾ ਹੈ, ਗੁਰੂ ਕਿਰਪਾ ਨਾਲ ਬਣਦਾ ਹੈ। ਅੱਜ ਕੱਲ੍ਹ ਕਈ ਤਰ੍ਹਾਂ ਦਾ ਪ੍ਰਚਾਰ ਊਟ ਪਟਾਂਗ ਕਰਨ ਲੱਗ ਪਏ ਜੀ। ਬ੍ਰਹਮ ਗਿਆਨੀ ਦਾ ਗੁਰੂ ਗ੍ਰੰਥ ਸਾਹਿਬ ਹੀ ਹੈ, ਇਹ ਵੀ ਪ੍ਰਚਾਰ ਕਰਦੇ। ਗੁਰੂ ਗ੍ਰੰਥ ਸਾਹਿਬ ਦਾ ਬ੍ਰਹਮ ਗਿਆਨੀ ਬਣਾਉਂਦਾ ਹੈ। ਆਖੋ ਸ੍ਰੀ ਵਾਹਿਗੁਰੂ। ਇਹ ਗੁਰੂ ਹੈ। ਤੇ ਜਿਹੜੇ ਬ੍ਰਹਮ ਗਿਆਨੀ ਬਣ ਜਾਂਦੇ ਨੇ, ਉਹ ਗੁਰੂ ਦੇ ਨਾਲ ਅਭੇਦ ਹੋ ਜਾਂਦੇ ਨੇ, ਇੱਕਮਿਕ ਹੋ ਜਾਂਦੇ ਨੇ, ਪਰ ਉਹ ਆਪਣੇ ਆਪ ਨੂੰ ਦਾਸ ਹੀ ਕਹਿੰਦੇ ਨੇ। 3 ਬਚਨ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਲਹਿਣਾ ਜੀ ਨੂੰ ਜੋਤੀ ਜੋ ਸਮਾਨ ਲੱਗਿਆ ਕਹੇ ਹਨ। ਪੁਰਖਾ ਹਿਰਦੇ ਬ੍ਰਹਮ ਗਿਆਨ, ਮੁਖ 'ਚ ਭਗਤੀ ਤੇ ਵਰਤਨ ਵੈਰਾਗ ਰੱਖੀ। ਹਿਰਦੇ ਦਾ ਜੋਤ ਸਰੂਪ ਦਾ ਗਿਆਨ ਹੋਵੇ ਵੀ ਮੈਂ ਬ੍ਰਹਮ ਰੂਪ ਹੀ ਹਾਂ, ਪਰ ਮੂੰਹ ਤੋਂ ਕੀ ਕਹਿਣਾ, ਮੈਂ ਦਾਸ ਹਾਂ। ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ। ਮੈਂ ਬ੍ਰਹਮ ਹਾਂ, ਇਹ ਮੂੰਹ ਤੋਂ ਨਹੀਂ ਕਹਿਣਾ। ਮੂੰਹ ਤੋਂ ਕਹਿਣਾ ਮੈਂ ਦਾਸ ਹਾਂ, ਸੇਵਕ ਹਾਂ। ਤੇ ਵਰਤਨ ਵੈਰਾਗ, ਇਹ ਦੁਨੀਆ ਤੇ ਮੈਂ ਆਇਆ, ਇੱਥੋਂ ਚਲੇ ਜਾਣਾ, ਇਹ ਤਾਂ ਮੇਰਾ ਐਵੇਂ ਪ੍ਰਾਹੁਣਚਾਰੀ ਹੈ, ਤਾਂ ਮੈਂ ਇੱਥੇ ਗੈਸਟ ਦੇ ਤੌਰ ਤੇ ਸਾਲ 2 ਸਾਲ 10 ਸਾਲ ਰਹਿ ਲਾਂਗਾ, ਫਿਰ ਮੈਂ ਚਲਾ ਜਾਣਾ ਹੈ। ਇੱਦਾਂ ਦਾ ਵਿਹਾਰ ਰੱਖਣਾ। ਇਹ ਗੁਰੂ ਅੰਗਦ ਦੇਵ ਜੀ ਨੂੰ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਜੋਤੀ ਜੋ ਸਮਾਨ ਲੱਗਿਆ ਉਪਦੇਸ਼ ਦਿੱਤਾ। ਖਾਲਸਾ ਪੰਥ ਵਿੱਚ ਸੀਨਾ ਬਸੀਨਾ ਇਹ ਚੱਲਿਆ ਆ ਰਿਹਾ ਹੈ। ਜਿਹੜੇ ਇਸ ਤੱਤ ਨੂੰ ਸਮਝ ਜਾਂਦੇ, ਉਹ ਆਪਣੇ ਨਿਸ਼ਾਨੇ ਤੇ ਪਹੁੰਚ ਜਾਂਦੇ ਆ। ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਐਸੇ ਗੁਰੂ ਦੀ ਕਿਰਪਾ ਨਾਲ ਉਹ ਬ੍ਰਹਮ ਦਾ ਸਾਖਸ਼ਾਤ ਬੋਧ ਹੁੰਦਾ ਹੈ। ਹਾਂਜੀ, ਸੋ ਪ੍ਰਾਪਤ ਹੋਏ ਆਨੰਦ ਸਤ ਹੈ। ਉਹ ਸਤ ਚੇਤਨ ਆਨੰਦ ਨੂੰ ਪ੍ਰਾਪਤ ਹੋ ਜਾਂਦੇ ਹਨ। ਹਾਂਜੀ, ਪੁਨਰਾਵਰਤ ਨਹੀਂ ਜਿਤ ਹੋਏ। ਫਿਰ ਆਉਣਾ ਜਾਣਾ ਨਹੀਂ ਹੁੰਦਾ, ਫਿਰ ਜੰਮਣਾ ਮਰਨਾ ਨਹੀਂ ਹੁੰਦਾ। ਫਿਰ ਤਾਂ ਬਹੁਰ ਹਮ ਕਾਹੇ ਆਵਾਂਗੇ, ਆਵਣ ਜਾਣਾ ਹੁਕਮ ਤਿਸੈ ਕਾ ਹੁਕਮੈ ਬੁਝ ਸਮਾਵਾਂਗੇ। ਧੰਨ ਗੁਰੂ ਰਾਮਦਾਸ ਸਾਹਿਬ ਦਾ ਬਚਨ ਹੈ, ਬਹੁਰ ਹਮ ਕਾਹੇ ਆਵਾਂ। ਫਿਰ ਅਸੀਂ ਕੀ ਲੈਣ ਆਉਣਾ? ਜਦੋਂ ਉੱਥੇ ਹੀ ਚਲੇ ਗਏ, ਉੱਥੋਂ ਵਾਪਸ ਨਹੀਂ ਆਵਾਂਗੇ। ਉਹ ਅਵਸਥਾ ਹੈ ਜਿੱਥੋਂ ਜਾ ਕੇ ਵਾਪਸ ਨਹੀਂ ਆਇਆ ਜਾਂਦਾ। ਹਾਂਜੀ, ਅੰਮ੍ਰਿਤ ਰੂਪ ਏਕ ਰਸ ਸੋਏ। ਇੱਕ ਰਸ ਜੋ ਅੰਮ੍ਰਿਤ, ਮ੍ਰਿਤੂ ਤੋਂ ਰਹਿਤ ਹੈ। ਬ੍ਰਹਮ ਮ੍ਰਿਤੂ ਤੋਂ ਰਹਿਤ ਹੈ, ਅੰਮ੍ਰਿਤ ਸਰੂਪ ਹੈ ਪਰਮਾਤਮਾ।
ਉਹਦੇ ਨਾਮ ਅੰਮ੍ਰਿਤ ਨੂੰ ਪੀ ਕੇ ਅਮਰ ਹੋ ਜਾਂਦੇ ਨੇ। ਅੰਮ੍ਰਿਤ ਪੀਵੈ ਅਮਰ ਸੋ ਹੋਏ, ਉਸ ਪੁਰਖ ਕਾ ਨਾਹੀ ਕਦੇ ਬਿਨਾਸ਼, ਜਾ ਕੈ ਮਨ ਪ੍ਰਗਟੇ ਗੁਣ ਤਾਸ। ਆਠ ਪੈਰ ਪਾਪੇਖੈ ਨੇਰਾ, ਮਿਟੈ ਅਗਿਆਨ ਬਿਨਸੈ ਅੰਧੇਰਾ। ਸੁਨ ਉਪਦੇਸ਼ ਹਿਰਦੈ ਬਸਾਵਹੁ, ਮਨ ਇੱਛੇ ਨਾਨਕ ਫਲ ਪਾਵਹੁ। ਹਲਤ ਪਲਤ ਦੋਇ ਲਿਹੋ ਸਵਾਰ, ਰਾਮ ਨਾਮ ਅੰਤਰ ਉਰ ਧਾਰ। ਇਹ ਮਹਾਰਾਜ ਸੁਖਮਨੀ ਸਾਹਿਬ ਵਿੱਚ ਬਾਰ-ਬਾਰ ਦੱਸ ਰਹੇ ਨੇ ਕਿ ਉਸ ਅਵਸਥਾ ਨੂੰ ਪ੍ਰਾਪਤ ਹੋਏ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ। ਸੋ ਸਾਧ ਸੰਗਤ ਜੀ, ਇਹ ਸਾਰੀਆਂ ਚੀਜ਼ਾਂ ਗੁਰੂ ਅਰਜਨ ਸਾਹਿਬ ਜੋਗੀ ਨੂੰ ਸਮਝਾਈਆਂ। ਬੜਾ ਅਧਿਕਾਰੀ ਪਾਤਰ ਬਣਿਆ ਤਾਂ ਹੀ ਸਮਝਾਈਆਂ। ਚਲਦੇ ਪ੍ਰਸੰਗ ਵਿੱਚ ਆਪਾਂ ਵੀ ਵਿਚਾਰਦੇ ਹਾਂ, ਪਰ ਇਹ ਨਾ ਸਮਝ ਲਈਏ ਵੀ ਅਸੀਂ ਇੱਥੇ ਪਹੁੰਚ ਗਏ। ਇਸ ਅਵਸਥਾ ਦੇ ਪਹੁੰਚਣ ਲਈ ਬਸ ਗੁਰੂ ਕਿਰਪਾ ਹੀ ਵੱਡੀ ਚੀਜ਼ ਹੈ। ਹਾਂ, ਆਪਣੇ ਵੱਲੋਂ ਯਤਨ ਇਹ ਕਰੀਏ ਵੀ ਆਪਾਂ ਗੁਰੂ ਦੀ ਕਿਰਪਾ ਕਿਵੇਂ ਲੈਣੀ ਹੈ। ਅਰਦਾਸਾਂ ਕਰੀ ਜਾਓ, ਬੇਨਤੀਆਂ ਕਰੋ। ਕਦੀ ਸਮਾਂ ਆਵੇਗਾ ਗੁਰੂ ਨਾਨਕ ਤੁਠੇਗਾ। ਇਸ ਜਨਮ 'ਚ ਹੋ ਜੇ, ਅਗਲੇ ਜਨਮ 'ਚ ਹੋ ਜੇ, 100 ਜਨਮ ਬਾਅਦ ਹੋ ਜਾਵੇ, ਇਹ ਚਿੰਤਾ ਨਹੀਂ ਕਰਨੀ। ਅਰਦਾਸ ਕਰੀ ਚਲੋ। ਕਦ ਨਾਨਕ ਆਵੇ ਵਾਰੀ, ਕਦੀ ਵਾਰੀ ਆਵੇਗੀ। ਸਭ ਸੁਹਾਗਣ ਮਾਣੈ ਰਲੀਆਂ, ਇੱਕ ਦੇਵੋ ਰਾਤ ਮੁਰਾਰੀ। ਇੱਕ ਸਾਡੀ ਵੀ ਵਾਰੀ ਦੀ ਰਾਤ ਆਵੇ, ਅਸੀਂ ਵੀ ਮਹਾਰਾਜ ਸਾਹਿਬ ਜੀ ਤੁਹਾਡੇ ਚਰਨਾਂ ਨਾਲ ਜੁੜੀਏ, ਤੁਹਾਡੇ ਵਿੱਚ ਲੀਨ ਹੋਈਏ, ਸਾਡਾ ਜਨਮ ਮਰਨ ਕੱਟਿਆ ਜਾਵੇ। ਤੋਈ ਮੋਈ ਮੋਈ ਤੋਈ ਅੰਤਰ, ਕੈਸਾ ਵਾਲੀ ਅਵਸਥਾ ਪ੍ਰਾਪਤ ਹੋ ਜਾਵੇ। ਗੁਰੂ ਅਰਜਨ ਸਾਹਿਬ ਕਿਰਪਾ ਕਰਨਗੇ। ਅਗਲੇ ਪ੍ਰਕਰਣਾਂ 'ਚ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲਨਾਥ, ਪ੍ਰਾਣਨਾਥ ਨਾਲ ਸਖੇ ਦੀਨ ਦਰਦ ਨਿਵਾ। ਹੇ ਸਮਰਾਥੇ ਗਮ ਪੂਰਨ ਮੋਹਿ ਮਇਆ ਤਹਾ, ਅੰਧਕੂ ਮਹਾ ਪਿਆ ਨਾਨਕ ਪਾਰਿ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਬੇਨਤੀ ਹੈ ਕਿ ਆਉਣ ਵਾਲੇ ਸ਼ਨੀਵਾਰ ਨੂੰ ਗੁਰੂ ਘਰ ਦੇ ਸੇਵਾਦਾਰ ਸਤਿਕਾਰਯੋਗ ਭਾਈ ਸਰਬਜੀਤ ਸਿੰਘ ਜੀ ਗੁਰੂ ਘਰ ਦੇ ਕੀਰਤਨੀ ਹੈ, ਉਹਨਾਂ ਵੱਲੋਂ ਸ਼ਾਮ ਦੇ ਲੰਗਰਾਂ ਦੀ ਸੇਵਾ ਕੀਤੀ ਜਾਣੀ ਹੈ। ਉਹਨਾਂ ਵੱਲੋਂ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਵੱਧ ਚੜ੍ਹ ਕੇ ਆਪ ਜੀ ਦਰਸ਼ਨ ਦਿਓ, ਆਸ਼ੀਰਵਾਦ ਦਿਓ। ਸੰਗਤਾਂ ਦੀ ਆਸ਼ੀਰਵਾਦ ਮਿਲੇਗੀ ਤੇ ਸੇਵਕਾਂ ਦੇ ਮਹਾਰਾਜ ਕਾਰਜ ਰਾਸ ਕਰਨਗੇ, ਚੜ੍ਹਦੀਆਂ ਕਲਾਂ ਬਖਸ਼ਣਗੇ। ਸੋ ਭਾਈ ਸਰਬਜੀਤ ਸਿੰਘ ਜੀ ਵੱਲੋਂ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸ਼ਨੀਵਾਰ ਸ਼ਾਮਾਂ ਦੇ ਲੰਗਰਾਂ ਵਿੱਚ ਹਾਜ਼ਰੀਆਂ ਭਰਨੀਆਂ ਨੇ। ਜੋ ਭਾਈ ਸਾਹਿਬ ਭਾਈ ਵਰਿਆਮ ਸਿੰਘ ਜੀ ਦੇ ਨਾਲ ਕੀਰਤਨ ਦੀ ਸੇਵਾ ਕਰਦੇ ਨੇ, ਭਾਈ ਸਰਬਜੀਤ ਸਿੰਘ ਜੀ, ਉਹਨਾਂ ਵੱਲੋਂ ਬੇਨਤੀ।